ਸੋਹਾਣਾ ਹਸਪੀਟਲ ਦਾ ਚਰਚਾ ਇਹ ਜ਼ਰੂਰ ਹੋਣ ਲੱਗ ਗਈ ਕਿ ਰੋਬੋਟਿਕ ਕ੍ਰਾਂਤੀ ਹੈ ਜਿਹੜੀ ਉਹ ਸੋਹਾਣਾ ਹਸਪੀਟਲ ਲੈ ਕੇ ਆਇਆ। ਕਿਉਂਕਿ ਸਾਡੇ ਕੋਲ ਜਿਹੜਾ ਸਿਸਟਮ ਹੈਗਾ ਉਹ 4th ਜਨਰੇਸ਼ਨ ਡਾਵਿੰਚੀ ਦਾ ਐਕਸਾਈ ਸਿਸਟਮ ਹੈ ਵਿਚ ਇਜ਼ ਦ ਬੈਸਟ ਆਫ ਦ ਲਾਈਨ ਅਵੇਲੇਬਲ ਇਨ ਇੰਡੀਆ ਰਾਈਟ ਨਾਓ। ਹੁਣ ਤੁਸੀਂ ਪੇਸ਼ੈਂਟ ਦਾ ਪੇਟ ਦੇਖੋ ਤੇ 4 ਛੋਟੇ ਛੇਦ ਹੁੰਦੇ ਨੇ ਔਰ ਸਿਰਫ ਇੱਕ ਪਾਊਚ ਹੁੰਦਾ ਹੈ, ਉਹ ਛੇਦ ਤੇ ਬਾਅਦ ਚੋਂ ਦਿਖਦੇ ਵੀ ਨਹੀਂ। ਕੈਂਸਰ ਦੇ ਮਰੀਜ਼ਾਂ ਦੇ ਲਈ ਕਿਵੇਂ ਵਰਦਾਨ ਹੈ? ਫॉर एग्जांपल किसी ਦੀ 2 ਕਿਡਨੀਆਂ ਦੋਨਾਂ 'ਚ ਟਿਊਮਰ ਹੈ, दोनों थोड़ी कट दोगे ਉਹਦੀ। We will try to remove those small tumors from both the kidneys। उन पेशेंट्स वास्ते ये सारी सर्जरी से बहुत बेनिफिशियल है। ਡਾਕਟਰ ਸਾਹਿਬ 8-9 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੀਆਂ ਸਰਜਰੀਜ਼ ਹੁਣ ਤੱਕ ਕਰ ਚੁੱਕੇ ਹੋ? ਸਾਡੇ ਕੋਲ ਆਲਮੋਸਟ 10 ਮਹੀਨੇ ਹੋਏ ਹੈ ਐਂਡ ਵੀ ਹੈਵ ਡਨ ਮੋਰ ਦੈਨ 165 ਸਰਜਰੀਜ਼ ਅਕ੍ਰੋਸ ਆਲ ਸਪੈਸ਼ਲਿਟੀਜ਼ ਐਂਡ ਯੂਰੋਲੋਜੀ 'ਚ ਅਸੀਂ ਮੋਰ ਦੈਨ 50 ਸਰਜਰੀਜ਼ ਕਰ ਚੁੱਕੇ ਹਾਂ ਆਲ ਅਕ੍ਰੋਸ ਦ ਸਪੈਕਟਰਮ, ਬੀ ਇਟ ਕਿਡਨੀ ਕੈਂਸਰ, ਪ੍ਰੋਸਟੇਟ, ਬਲੈਡਰ ਦੇ ਕੈਂਸਰ ਕੱਢਣਾ। ਵਾਟ ਇਜ਼ ਦ ਫੀਡਬੈਕ ਐਂਡ ਰਿਕਵਰੀ ਰੇਟ ਕੀ ਹੈਗਾ? ਅਸੀਂ ਜੋ ਸਰਜਰੀਜ਼ ਕਰ ਰਹੇ ਹਾਂ ਉਹਦੇ ਹਿਸਾਬ ਨਾਲ ਲੋਕਾਂ ਦਾ ਯੂਰਿਨ ਦਾ ਕੰਟਰੋਲ ਬਹੁਤ ਹੀ ਛੇਤੀ ਆ ਰਿਹਾ ਹੈ। ਕਾਮਨਲੀ 3 to 6 ਮੰਥਸ ਕਹਿੰਦੇ ਨੇ, ਵਿਦਿਨ 3 ਮੰਥਸ ਆਲਮੋਸਟ ਆਲ ਆਰ ਪੇਸ਼ੈਂਟਸ ਆਰ ਕੰਟੀਨਿਊ। ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਹਾਡਾ ਪਸੰਦੀਦਾ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਬਹੁਤ ਜ਼ਿਆਦਾ ਫੀਡਬੈਕ ਸਾਨੂੰ ਮਿਲ ਰਹੀ ਹੈ ਇਸ ਪ੍ਰੋਗਰਾਮ ਦੇ ਸੰਬੰਧੀ ਔਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਸੰਬੰਧੀ ਤੁਹਾਡੇ ਲਈ ਜਾਗਰੂਕਤਾ ਲਿਆਉਣ ਦੇ ਲਈ। ਅਕਸਰ ਹੁੰਦਾ ਕੀ ਹੈ ਕਿ ਅੱਜ ਕੱਲ੍ਹ ਜਿਹੜਾ ਮਰੀਜ਼ ਤੇ ਇੱਕ ਡਾਕਟਰ ਦਾ ਇੱਕ ਰਿਸ਼ਤਾ ਸੀਗਾ ਜਾਂ ਵਿਸ਼ਵਾਸ ਵਾਲਾ ਰਿਸ਼ਤਾ ਸੀਗਾ, ਉਹ ਥੋੜ੍ਹਾ ਜਿਹਾ ਡਗਮਗਾ ਜ਼ਰੂਰ ਗਿਆ ਪਰ ਖ਼ਤਮ ਨਹੀਂ ਹੋਇਆ। ਤੇ ਉਸ ਵਿਸ਼ਵਾਸ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ ਤਾਂ ਜੋ ਉਹ ਚੀਜ਼ਾਂ ਆਮ ਤੌਰ 'ਤੇ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਗੱਲ ਘਰ ਕਰ ਚੁੱਕੀ ਹੈ ਕਿ ਪ੍ਰਾਈਵੇਟ ਹਸਪੀਟਲ ਅਸੀਂ ਗਏ ਤਾਂ ਪ੍ਰਾਈਵੇਟ ਹਸਪੀਟਲਸ 'ਚ ਪਤਾ ਨਹੀਂ ਕੀ ਹੋ ਜਾਏਗਾ, ਉਹ ਭੁਲੇਖਾ ਕੱਢਣ ਦੇ ਲਈ ਇਹ ਸ਼ੋਅ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੇ ਅਜਿਹੇ ਮਰੀਜ਼ ਨੇ ਜਿਹੜੇ ਉਹਨਾਂ ਦੀ ਫੀਡਬੈਕ ਆਉਂਦੀ ਹੈ ਕਿ ਅਸੀਂ ਟਰੀਟਮੈਂਟ ਤਾਂ ਕਰਾਉਣਾ ਚਾਹੁੰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਕਿ ਟਰੀਟਮੈਂਟ ਕਰਾਈਏ ਕਿਵੇਂ, ਕਿੱਥੋਂ ਕਰਾਈਏ, ਕਿਸ ਤਰੀਕੇ ਨਾਲ ਕਰਾਇਆ ਜਾ ਸਕਦਾ। ਇਹ ਤਮਾਮ ਗੱਲਾਂ ਦਾ ਜਵਾਬ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਇੱਕ ਵਾਰ ਫਿਰ ਤੋਂ ਇੱਕ ਨਵੇਂ ਐਪੀਸੋਡ ਦੇ ਨਾਲ, ਇੱਕ ਨਵੇਂ ਡਾਕਟਰ ਸਾਹਿਬ ਦੇ ਨਾਲ ਤੁਹਾਡੀ ਜਾਣ ਪਛਾਣ ਕਰਾਉਂਦੇ ਹਾਂ। ਔਰ ਅੱਜ ਚਰਚਾ ਜਿਹੜੀ ਕਰਾਂਗੇ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਰੋਬੋਟਿਕ ਦੇ ਨਾਲ। ਆਮ ਤੌਰ 'ਤੇ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਗੱਲ ਵੀ ਘਰ ਕਰ ਗਈ ਹੈ ਕਿ ਜਿਹੜੇ ਵੀ ਹਸਪੀਟਲਸ ਦੇ ਵਿੱਚ ਰੋਬੋਟਿਕ ਸਿਸਟਮ ਦੇ ਨਾਲ ਕੋਈ ਸਰਜਰੀਜ਼ ਹੁੰਦੀਆਂ ਤਾਂ ਸ਼ਾਇਦ ਉਹ ਰੋਬੋਟ ਹੀ ਕਰਦਾ ਹੈ ਜਿਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਆਮ ਲੋਕ ਵੀ ਕਹਿੰਦੇ ਨੇ ਮਸ਼ੀਨ ਤਾਂ ਮਸ਼ੀਨ ਹੀ ਹੈ, ਕਦੇ ਗਲਤੀ ਕਰ ਵੀ ਸਕਦੀ ਹੈ, ਪਰ ਅਜਿਹਾ ਨਹੀਂ ਹੈ। ਇਸ ਐਪੀਸੋਡ ਦੇ ਵਿੱਚ ਉਹਨਾਂ ਚੀਜ਼ਾਂ ਬਾਰੇ ਤੁਹਾਨੂੰ ਜਾਣਨਾ ਜ਼ਰੂਰ ਪਾਵਾਂਗੇ। ਮੇਰੇ ਨਾਲ ਮੌਜੂਦ ਨੇ ਡਾਕਟਰ ਕਰਮਵੀਰ ਸਿੰਘ ਸਬਰਵਾਲ ਸਾਹਿਬ, ਜਿਨ੍ਹਾਂ ਦੇ ਕੋਲ ਇੱਕ ਚੰਗਾ ਖਾਸਾ ਐਕਸਪੀਰੀਅੰਸ ਹੈ। ਇਹ ਚੀਫ ਯੂਰੋਲੋਜਿਸਟ ਨੇ ਸੋਹਾਣਾ ਹਸਪੀਟਲ ਮੋਹਾਲੀ ਦੇ ਵਿੱਚ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਫॉर ਹੈਵਿੰਗ ਮੀ। ਡਾਕਟਰ ਸਾਹਿਬ, ਜਿਵੇਂ ਮੈਂ ਸ਼ੁਰੂਆਤ ਵਿੱਚ ਵੀ ਕਿਹਾ, ਪਹਿਲਾਂ ਤਾਂ ਇਹ ਦੱਸੋ ਇੱਕ ਬੇਸਿਕ ਜਿਹਾ ਸਵਾਲ, ਰੋਬੋਟਿਕ ਸਿਸਟਮ ਦੇ ਨਾਲ ਡਾਕਟਰ ਸਾਹਿਬ ਦੇ ਲਈ ਕੰਮ ਈਜ਼ੀ ਹੋਇਆ ਜਾਂ ਮੁਸ਼ਕਿਲ ਹੋਇਆ, ਜਾਂ ਐਂ ਲੱਗਣ ਲੱਗ ਗਿਆ ਕਿ ਤੁਹਾਡੀ ਜੌਬ ਖਤਰੇ 'ਚ ਆਉਣ? ਨੋਟ ਐਟ ਆਲ ਸਰ, ਤੁਹਾਨੂੰ ਮੈਂ ਇਹ ਜ਼ਰੂਰ ਦੱਸਣ ਮੰਗਾਂਗਾ ਜੀ। ਰੋਬੋਟਿਕ ਸਰਜਰੀ ਦੇ ਨਾਲ ਲੋਕਾਂ ਨੂੰ ਇਹ ਲੱਗਦਾ ਹੈ ਅੱਜਕੱਲ ਕਿ ਸ਼ਾਇਦ ਰੋਬੋਟ ਸਰਜਰੀ ਕਰ ਰਿਹਾ ਹੈ। ਸੋ ਪਲੀਜ਼ ਅੰਡਰਸਟੈਂਡ, ਰੋਬੋਟ ਕਦੀ ਵੀ ਸਰਜਰੀ ਨਹੀਂ ਕਰਦਾ। ਇਟ ਇਜ਼ ਅ ਵੈਰੀ ਐਡਵਾਂਸ ਟੂਲ। ਇਟ ਇਜ਼ ਜਸਟ ਅ ਮਸ਼ੀਨ ਵਿਚ ਇਜ਼ ਹੈਲਪਿੰਗ ਅਸ ਟੂ ਐਨਹਾਂਸ ਆਰ ਸਕਿੱਲਸ। ਐਸਾ ਨਹੀਂ ਹੈ ਕਿ ਰੋਬੋਟ ਸਰਜਰੀ ਕਰ ਰਿਹਾ ਹੈ, ਅਜੇ ਵੀ ਸਾਰੇ ਕੰਟਰੋਲ ਸਭ ਕੁਝ ਸਰਜਨ ਦੇ ਹੱਥ 'ਚ ਹੁੰਦੇ। ਸਰਜਨ ਦੇ ਜਿਹੜੇ ਮੂਵਮੈਂਟਸ ਹੁੰਦੇ ਆ ਉਹ ਬਹੁਤ ਹੀ ਪ੍ਰੀਸੀਸ਼ਨ ਦੇ ਨਾਲ ਰੋਬੋਟ ਪੇਸ਼ੈਂਟ ਦੇ ਪੇਟ ਦੇ ਅੰਦਰ ਟਰਾਂਸਲੇਟ ਕਰਦਾ ਹੈ, ਜਿਸ ਦੇ ਨਾਲ ਉਹ ਸਰਜਰੀ ਬਹੁਤ ਪ੍ਰੀਸਾਈਜ਼ ਹੋ ਜਾਂਦੀ ਹੈ, ਬਹੁਤ ਵਧੀਆ ਹੋ ਜਾਂਦੀ ਹੈ ਐਂਡ ਦ ਪੇਸ਼ੈਂਟ ਗੈਟਸ ਦ ਬੈਨੀਫਿਟਸ ਆਫ ਦੋਸ। ਕਿਉਂਕਿ ਲਾਸਟ ਟਾਈਮ ਵੀ ਜਦੋਂ ਇੱਕ ਐਪੀਸੋਡ ਕੀਤਾ ਸੀ ਉਹਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਅਪਡੇਟ ਹੋਣਾ ਪੈਂਦਾ ਟਾਈਮ ਟੂ ਟਾਈਮ। ਜਦੋਂ ਤੁਸੀਂ ਅਪਡੇਟ ਹੁੰਦੇ ਹੋ ਉਸ ਦੇ ਨਾਲ ਨਾ ਸਿਰਫ ਡਾਕਟਰ ਸਾਹਿਬਾਨ ਦੇ ਲਈ ਬਲਕਿ ਮਰੀਜ਼ ਦੇ ਲਈ ਵੀ ਇਹ ਚੀਜ਼ਾਂ ਬਹੁਤ ਬੈਨੀਫਿਟ ਦਿੰਦੀਆਂ ਨੇ। ਜੇ ਟਾਕ ਅਬਾਊਟ ਯੂਰ ਸਪੈਸ਼ਲਿਸਟੀ ਔਰ ਯੂਰ ਡਿਪਾਰਟਮੈਂਟ, ਯੂਰੋਲੋਜਿਸਟ, ਕੀ ਸਰ ਤੁਸੀਂ ਦੇਖਦੇ ਹੋ ਜਾਂ ਪਿਛਲੇ ਕਿੰਨੇ ਸਾਲ ਤੋਂ ਤੁਸੀਂ ਸੋਹਾਣਾ ਹਸਪੀਟਲ ਦੇ ਵਿੱਚ ਲੱਗੇ ਹੋ? ਸੋਹਾਣਾ ਹਸਪੀਟਲ 'ਚ ਜੀ ਮੈਨੂੰ ਆਲਮੋਸਟ 7 ਇਅਰਸ ਹੋ ਗਏ ਨੇ ਐਂਡ ਆਈ ਹੈਵ ਬੀਨ ਅ ਯੂਰੋਲੋਜਿਸਟ ਫॉर ਆਲਮੋਸਟ 13 ਇਅਰਸ ਨਾਓ। ਐਂਡ ਯੂਰੋਲੋਜੀ 'ਚ ਬੇਸਿਕਲੀ ਤੁਸੀਂ ਗੱਲ ਕਰੋ ਆਦਮੀਆਂ 'ਚ ਬੇਸਿਕਲੀ ਦੋਨੋਂ ਸੈਕਸਿਸ 'ਚ ਜਿਹੜਾ ਕਾਮਨ ਹੈ ਕਿਡਨੀਜ਼ ਹੈ, ਯੂਰੇਟਰਸ ਹੈ, ਜਿਹੜੀ ਪਾਈਪਾਂ ਬਾਹਰ ਆ ਰਹੀਆਂ ਨੇ, ਪਿਸ਼ਾਬ ਦੀ ਥੈਲੀ ਹੋ ਗਈ, ਇਨਫੈਕਸ਼ਨਸ ਹੋ ਗਏ, ਹਰ ਤਰ੍ਹਾਂ ਦੇ ਇਨ ਚੀਜ਼ਾਂ ਦੇ ਨਾਰਮਲ ਇਨਫੈਕਸ਼ਨ ਵਾਲੇ ਨਾਨ ਕੈਂਸਰਸ ਐਂਡ ਕੈਂਸਰਸ ਸਾਰੀ ਚੀਜ਼ਾਂ ਇਸ 'ਚ ਇਨਵੋਲਵ ਹੁੰਦੀਆਂ ਨੇ। ਲੇਡੀਜ਼ 'ਚ ਯੂਰਿਨ ਦਾ ਲੀਕੇਜ ਹੋ ਗਿਆ, ਜੋ ਜਨਾਨਾ ਪ੍ਰੋਬਲਮਸ ਹੁੰਦੀਆਂ ਨੇ ਥੋੜੀ ਬਹੁਤ ਉਹ ਵੀ ਆਉਂਦੀਆਂ ਨੇ, ਇਨਫਰਟੀਲਿਟੀ ਹੈ ਨਾ, ਬਾਂਝਪਨ ਮੇਲ ਜਾਂ ਫੀਮੇਲ, ਉਹ ਸਾਰਾ ਚੀਜ਼ ਇਸ 'ਚ ਆਉਂਦਾ ਹੈ। ਐਂਡ ਓਬਵੀਅਸਲੀ ਬਹੁਤ ਤਰ੍ਹਾਂ ਦੇ ਕੈਂਸਰਸ ਇਸ 'ਚ ਬਹੁਤ ਜ਼ਰੂਰੀ ਹਨ ਜੋ ਅਸੀਂ ਹੁਣ ਡਰੀਲ ਕਰਦੇ ਨੇ। ਡਾਕਟਰ ਸਾਹਿਬ, ਕਿਉਂਕਿ ਤੁਹਾਡੇ ਕੋਲ ਇੱਕ ਚੰਗਾ ਐਕਸਪੀਰੀਅੰਸ ਹੈਗਾ ਇਸ ਪਿਛਲੇ ਇੱਕ ਦਹਾਕੇ ਦੇ ਵਿੱਚ, ਯਾਨੀ ਕਿ 10 ਸਾਲਾਂ ਦੇ ਵਿੱਚ ਕਿੰਨੇ ਕੁ ਤੁਸੀਂ ਚੇਂਜਸ ਦੇਖੇ ਹੈ ਜਾਂ ਤੁਹਾਨੂੰ ਲੱਗਿਆ ਕਿ ਜਿਹੜੀ ਇਹ ਬਿਮਾਰੀਆਂ ਦੇ ਵਿੱਚ ਇਹ ਐਕਸਟੈਂਸ਼ਨ ਵੱਧ ਗਈ ਹੈ? ਕੀ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ?
ਐਕਸਪੀਰੀਅੰਸ ਦੇ ਹਿਸਾਬ ਨਾਲ ਸਰ ਬਹੁਤ ਸਾਰੀ ਬਿਮਾਰੀਆਂ ਅੱਜਕੱਲ ਸਾਹਮਣੇ ਆਉਣ ਲੱਗੀਆਂ ਨੇ ਵੀ ਹੈਵ ਬਿਕਮ ਮੋਰ ਅਵੇਅਰ ਦ ਪਬਲਿਕ ਇਜ਼ ਵੈਰੀ ਅਵੇਅਰ ਲੋਕਾਂ ਨੂੰ ਹੁਣ ਬਹੁਤ ਪਤਾ ਲੱਗਣ ਲੱਗਿਆ ਹੈ ਕਿ ਕਿਸ ਤਰ੍ਹਾਂ ਦੀ ਬਿਮਾਰੀਆਂ ਆ ਗਈਆਂ ਨੇ ਇੱਕ ਛੋਟਾ ਜਿਹਾ ਐਗਜ਼ਾਮਪਲ ਦਿਆਂ ਤੇ ਇੱਕ PSA ਟੈਸਟ ਹੁੰਦਾ ਜਿਹੜਾ ਪ੍ਰੋਸਟੇਟ ਵਾਸਤੇ ਹੁੰਦਾ ਹੈ ਸਾਡੇ ਕੋਲ ਆਲਰੇਡੀ ਪੇਸ਼ੈਂਟ ਕਰਕੇ ਆਉਂਦੇ ਨੇ ਕਿ ਡਾਕਟਰ ਸਾਹਿਬ ਮੈਂ ਟੈਸਟ ਕਰਾਏ ਸੀ ਜਨਰਲ ਦੇ ਔਰ ਮੇਰਾ PSA ਵਧਿਆ ਹੋਇਆ ਹੁਣ ਦੱਸੋ ਅੱਗੇ ਕੀ ਕਰਨਾ ਹੈ ਪਹਿਲਾਂ ਸਾਨੂੰ ਦੱਸਣਾ ਪੈਂਦਾ ਸੀ ਕਿ ਜੀ ਤੁਹਾਨੂੰ ਅਗਰ ਯੂਰਿਨ ਪਾਸ ਕਰਨ 'ਚ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਦਿੱਕਤ ਹੈ ਮੇਲ ਪਰਸਨ ਹੈ ਤੇ ਤੁਸੀਂ ਇਹ ਫਲਾਣੇ ਟੈਸਟ ਕਰਾਣੇ ਹੈ ਹੁਣ ਲੋਕ ਆਲਰੇਡੀ ਇਹ ਸਭ ਲੈ ਕੇ ਆ ਰਹੇ ਨੇ ਦ ਸੈਂਸਿਟਿਵਿਟੀ ਆਫ ਟੈਸਟ ਹੈਜ਼ ਆਲਸੋ ਇੰਪਰੂਵਡ ਸਾਡੇ ਕੋਲ ਬਹੁਤ ਸਾਰੇ ਐਸੀ ਚੀਜ਼ਾਂ ਨੇ ਜਿਹਦੇ ਨਾਲ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਐਡਵਾਂਸ CT ਸਕੈਨਸ ਨੇ PET ਸਕੈਨਸ ਨੇ ਇਨ ਸਭ ਦੇ ਨਾਲ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਬੰਦੇ 'ਚ ਕੁਝ ਨੁਕਸ ਤੇ ਨਹੀਂ ਹੈਗਾ this is the awareness जो लोग साढ़े को लेके आ रहे हैं the other part is technological advances medicine has really seen a boom of technological advances 10 ਸਾਲ ਪਹਿਲਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਅਸੀਂ ਲੋਕ ਟ੍ਰੇਨ ਹੋਏ ਸੀ ਰੈਜ਼ੀਡੈਂਸੀ ਦੇ ਟਾਈਮ 'ਚ ਓਪਨ ਸਰਜਰੀ ਜ਼ਿਆਦਾ ਹੁੰਦੀਆਂ ਸੀ ਦੂਰਬੀਨ ਵਗੈਰਾ ਘੱਟ ਯੂਜ਼ ਹੁੰਦੀ ਸੀ ਜੀ ਨਾਓ ਯੂ ਟਾਕ ਅਬਾਊਟ ਲੇਜ਼ਰਸ 'ਚ ਵੀ ਐਡਵਾਂਸ ਲੇਜ਼ਰਸ ਹੋ ਗਏ ਨੇ ਇੱਕ ਪਾਰਟਿਕੂਲਰ ਚੀਜ਼ ਵਾਸਤੇ ਇਹ ਲੇਜ਼ਰ ਹੈ ਦੂਜੀ ਚੀਜ਼ ਵਾਸਤੇ ਇਹ ਲੇਜ਼ਰ ਹੈ ਲੇਜ਼ਰਸ ਦੇ ਬਾਅਦ ਤੁਸੀਂ ਲੈਪਰੋਸਕੋਪੀ 'ਚ ਐਡਵਾਂਸ ਲੈਪਰੋਸਕੋਪੀ ਆ ਗਈ ਹੈ 3D ਲੈਪਰੋਸਕੋਪੀ ਆ ਗਈ ਹੈ ਕਿ ਤੁਸੀਂ ਪੇਟ 'ਚ ਕਿੱਦਾਂ ਦੇਖ ਰਹੇ ਹੋ ਕੀ ਕਰ ਰਹੇ ਹੋ ਐਂਡ ਆਬਵੀਅਸਲੀ ਦ ਲੇਟੈਸਟ ਵਿਚ ਇਜ਼ ਨਾਓ ਹੇਅਰ ਟੂ ਸਟੇ ਇਜ਼ ਰੋਬੋਟਿਕ ਸਰਜਰੀ ਰੋਬੋਟਿਕਸ ਇਜ਼ ਅ ਗੇਮ ਚੇਂਜਰ ਇਟਸ ਅ ਫਿਨੋਮੀਨਲ ਟੂਲ ਉਸ ਦੇ ਜੇ ਮੈਂ ਤੁਹਾਨੂੰ ਐਡਵਾਂਟੇजेस ਦੀ ਗੱਲ ਦੱਸਾਂ ਤਾਂ ਸਭ ਤੋਂ ਪਹਿਲਾ ਐਡਵਾਂਟੇਜ ਤੇ ਹੈ ਜੀ ਕਿ ਅਸੀਂ it's like it has 4 arms the robot that we have it is the latest Da Vinci and it is an American based company ਸਮਝੋ ਹੁਣ ਸਰਜਨ ਕੋਲ 2 ਹੱਥ ਨੇ ਤੇ ਉਹ ਕੁਝ ਵੀ ਕਰੇਗਾ ਅਸੀਂ ਲੈਪਰੋਸਕੋਪਿਕ ਸਰਜਰੀਜ਼ ਕਰਦੇ ਸੀ ਕੈਮਰਾ ਕਿਸੇ ਹੋਰ ਦੇ ਹੱਥ 'ਚ ਹੁੰਦਾ ਸੀ ਉਹ ਜੋ ਸਾਨੂੰ ਦਿਖਾ ਰਿਹਾ ਸੀ ਉੱਥੇ ਹੀ ਕਰ ਸਕਦੇ ਹਾਂ ਕਈ ਵਾਰ ਮੈਚ ਨਹੀਂ ਕਰਦਾ ਸੀ ਐਂ ਸਾਨੂੰ ਲੱਗਦਾ ਸੀ ਕਿ ਯਾਰ ਇਸ ਪਾਸੇ ਦਿਖਾ ਦਿਓ ਇਦਾਂ ਕਰ ਦਿਓ now the camera control is with me I control the camera the robot is a slave I am the master the robot is a slave मैं जो बोलूँगा robot उस हिसाब नाल चलेगा कैमरा कंट्रोल मेरे को है the camera is showing me a 3D vision it's a 3-dimensional vision ਆਮ ਤੌਰ ਤੇ ਲੈਪਰੋਸਕੋਪੀ ਜੋ ਪਹਿਲੇ ਦੂਰਬੀਨ ਦੀ ਸਰਜਰੀਜ਼ ਕਰਦੇ ਸੀ that was 2-dimensional ਤੁਸੀਂ ਇੱਕ ਫਲੈਟ ਸਕਰੀਨ ਤੇ ਦੇਖ ਰਹੇ ਹੋ ਇਹ ਕਿੱਦਾਂ ਹੈ now it's a 3D vision it's an enhanced vision magnified ਹੈ ਉਹਦੀ ਕੁਆਲਿਟੀ ਬਹੁਤ ਬੈਟਰ ਹੈ ਤੁਹਾਡੇ ਕੋਲ ਜਿਹੜਾ ਤੀਸਰਾ ਆਮ ਹੈ ਤੁਹਾਨੂੰ ਪਹਿਲੇ ਕਿਸੇ ਨੂੰ ਬੋਲਣਾ ਪੈਂਦਾ ਸੀ ਯਾਰ ਇਹ ਟਿਸ਼ੂ ਇੱਥੇ ਫੜੋ ਤੇ ਮੈਂ ਅੱਗੇ ਜਾ ਕੇ ਕੁਝ ਕਰਾਂਗਾ ਉਹ ਆਮ ਤੁਹਾਡੇ ਕੰਟਰੋਲ 'ਚ ਹੈ ਪਲੱਸ ਯੂ ਹੈਵ 2 ਆਰਮਸ ਵਿਚ ਆਰ ਫ੍ਰੀ ਫॉर ਸਰਜਰੀ ਕੋਈ ਐਗਜ਼ਾਮਪਲ ਸਰਜਰੀ ਹੈ ਜਿਹੜੀ ਤੁਹਾਨੂੰ ਲੱਗਿਆ ਕਿ ਇਹ ਟੈਕਨੀਕ ਆਉਣ ਦੇ ਨਾਲ ਥੋੜਾ ਜਿਹਾ ਈਜ਼ੀ ਹੋ ਗਿਆ ਸਾਡੇ ਬਹੁਤ ਸਾਰੇ ਐਗਜ਼ਾਮਪਲਸ ਨੇ ਸਰ ਬਟ ਇੱਕ ਕਾਮਨ ਗੱਲ ਕਰੀਏ ਤੇ ਕਿਡਨੀ ਦੇ ਕੈਂਸਰਸ ਹੁੰਦੇ ਨੇ ਬਹੁਤ ਪਹਿਲਾਂ ਇਹ ਹੁੰਦਾ ਸੀ ਕਿਡਨੀ ਕੈਂਸਰ 'ਚ ਅਸੀਂ ਕਹਿੰਦੇ ਸੀ ਕਿ ਕਿਡਨੀ ਦਾ ਕੈਂਸਰ ਅਗਰ ਕਿਸੇ ਨੂੰ ਹੈ ਤਾਂ ਕਿਡਨੀ ਨਿਕਾਲਣੀ ਪੈਣੀ ਹੈ ਰਿਮੂਵ ਕਰਨੀ ਪੈਣੀ ਹੁਣ ਅਸੀਂ ਕਿਡਨੀ ਰਿਮੂਵਲ ਦੀ ਗੱਲ ਨਹੀਂ ਕਰਦੇ ਅਸੀਂ ਆਰਗਨ ਸਪੇਅਰਿੰਗ ਸਰਜਰੀ ਦੀ ਗੱਲ ਕਰਦੇ ਹਾਂ ਕਿ ਅਸੀਂ ਕੈਂਸਰ ਕੱਢ ਲਈਏ ਔਰ ਬਾਕੀ ਦੀ ਕਿਡਨੀ ਨੂੰ ਬਚਾ ਲਈਏ ਇਸ 'ਚ ਰੋਬੋਟ ਦਾ ਸਾਨੂੰ ਬਹੁਤ ਵੱਡਾ ਐਡਵਾਂਟੇਜ ਹੈ ਨੰਬਰ 1 ਤੇ ਇਹ ਹੈ ਕਿ ਅਸੀਂ ਹੁਣ ਬਹੁਤ ਡੂੰਘੀਆਂ ਥਾਵਾਂ ਤੇ ਪਹੁੰਚ ਸਕਦੇ ਹਾਂ ਇਹਦੇ ਨਾਲ ਐਸੀ ਸਪੇਸਿਸ ਜਿੱਥੇ ਅਸੀਂ ਪਹਿਲਾਂ ਨਹੀਂ ਜਾ ਸਕਦੇ ਸੀ ਸਾਡੇ ਸਟ੍ਰੇਟ ਇਨਸਟਰੂਮੈਂਟਸ ਜਿਹੜੇ ਲੈਪਰੋਸਕੋਪੀ ਦੇ ਸੀ ਉਹ ਨਹੀਂ ਜਾਂਦੇ ਸੀ ਵੀ ਆਰ ਏਬਲ ਟੂ ਰੀਚ them we are able to identify those cancers remove them completely and ਜੋ ਬੈਡ ਬਚਿਆ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਬੰਦ ਕਰ ਸਕਦੇ ਹੋ ਕਿ ਹੋਰ ਬਲੀਡਿੰਗ ਨਾ ਹੋਏ we have been doing this for quite some time now ਔਰ ਸਾਨੂੰ ਬਹੁਤ ਅੱਛੇ ਰਿਜ਼ਲਟਸ ਮਿਲ ਰਹੇ ਨੇ ਜੀ ਇਹਦੇ ਨਾਲ ਡਾਕਟਰ ਸਾਹਿਬ ਜੇ ਟ੍ਰਾਈ-ਸਿਟੀ ਦੀ ਗੱਲ ਕੀਤੀ ਜਾਵੇ ਤੁਸੀਂ ਆਲਮੋਸਟ ਜਿੰਨਾ ਕਿ ਮੈਂ ਦੇਖਿਆ ਜਾਂ ਪੜਿਆ ਕਿ 1 ਸਾਲ ਹੋ ਗਿਆ ਤੁਹਾਨੂੰ ਰੋਬੋਟਿਕ ਸਿਸਟਮ ਦੇ ਨਾਲ ਸਰਜਰੀਜ਼ ਕਰਦੇ ਆ ਵਾਟ ਇਜ਼ ਦ ਫੀਡਬੈਕ ਐਂਡ ਰਿਕਵਰੀ ਰੇਟ ਕੀ ਹੈਗਾ ਹੁਣ ਤੱਕ ਤੁਹਾਡੀ ਇੱਕ ਡਾਕਟਰ ਦੀ ਤਸੱਲੀ ਹੋਣੀ ਬੜੀ ਜ਼ਰੂਰੀ ਹੈ ਸਰ ਇਸ 'ਚ ਕੋਈ ਸ਼ੱਕ ਨਹੀਂ ਹੈ ਦੇਖੋ ਸਾਨੂੰ ਇੱਕ ਸੁਹਾਨਾ ਹਸਪੀਟਲ ਨੇ ਇੱਕ ਮੁਹਿੰਮ ਚਲਾਈ ਹੈ ਕਿ ਅਸੀਂ ਟੈਕਨੋਲੋਜੀਕਲੀ ਹਮੇਸ਼ਾ ਐਡਵਾਂਸ ਰਹਿਣਾ ਹੈ ਟਾਈਮ ਟੂ ਟਾਈਮ ਅਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿੰਦੇ ਹਾਂ ਸਾਡੇ ਕੋਲ ਲੇਜ਼ਰ ਵੀ ਬਹੁਤ ਪਹਿਲਾਂ ਆ ਗਈ ਸੀ ਆਲਮੋਸਟ 8 ਸਾਲ ਹੋ ਗਏ ਲੇਜ਼ਰ ਮਸ਼ੀਨ ਆਏ ਹੋਏ ਹਰ ਤਰ੍ਹਾਂ ਦੇ ਰੋਬੋਟ ਇਨਕਲੂਡਿੰਗ ਆਰਥੋਪੈਡਿਕਸ ਦਾ ਰੋਬੋਟ ਆਈ ਦਾ ਰੋਬੋਟ ਨਾਓ ਵੀ ਹੈਵ ਦ ਲੇਟੈਸਟ ਅਬਡੋਮਿਨਲ ਦਾ ਵਿੰਚੀ ਰੋਬੋਟ So obviously sometimes it is challenging for the doctors also ਕਿ ਅਸੀਂ ਇੱਕ ਨਵੀਂ ਟੈਕਨੋਲੋਜੀ ਨੂੰ ਅਪਣਾਈਏ ਸਾਡਾ ਕੌਨਫੀਡੈਂਸ ਅਗਰ ਉਸ ਮਸ਼ੀਨ ਤੇ ਆ ਗਿਆ ਤੇ ਉਸੇ ਕੌਨਫੀਡੈਂਸ ਨਾਲ ਅਸੀਂ ਮਸ਼ੀਨ ਦੇ ਨਾਲ ਪੇਸ਼ੈਂਟਸ ਨੂੰ ਰਿਜ਼ਲਟ ਦੇ ਸਕਦੇ ਹਾਂ ਆਲਮੋਸਟ 9-10 ਮੰਥਸ ਹੋ ਗਏ ਸਾਡਾ ਰੋਬੋਟ ਆਏ ਹੋਏ ਆਈ ਮਸਟ ਟੈਲ ਯੂ ਕਿ ਸਾਡਾ ਰਿਸਪੌਂਸ ਫਰਮ ਦ ਪੇਸ਼ੈਂਟਸ ਹੈਜ਼ ਬੀਨ ਅਮੇਜ਼ਿੰਗ which translates to our confidence ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ ਪ੍ਰੋਸਟੇਟ ਕੈਂਸਰ ਦੀ ਸਰਜਰੀ ਅਸੀਂ ਇਸ ਰੋਬੋਟ ਨਾਲ ਕਰਦੇ ਹਾਂ ਇਹ ਰੋਬੋਟ ਬਣਿਆ ਹੀ ਐਗਜ਼ੈਕਟਲੀ ਯੂਰੋਲੋਜੀਕਲ ਕੈਂਸਰ ਵਾਸਤੇ ਸੀ ਪ੍ਰੋਸਟੇਟ ਇਜ਼ ਅ ਵੈਰੀ ਵੈਰੀ ਡੀਪ ਸੀਟਡ ਆਰਗਨ ਬਹੁਤ ਡੂੰਘੀਆਂ ਥਾਂ 'ਚ ਪੈਲਵਿਸ 'ਚ ਥੱਲੇ ਜਾ ਕੇ ਹੁੰਦਾ ਹੈ ਉੱਥੇ ਤੱਕ ਪਹੁੰਚਣਾ ਔਰ ਉਸ ਨੂੰ ਸਫਾਈ ਦੇ ਨਾਲ ਨਿਕਾਲਣਾ ਔਰ ਕੈਂਸਰ ਕੰਟਰੋਲ ਦੇਣਾ that was very very important we've been doing this surgery for almost 10 months now ਇਸ 'ਚ ਇੱਕ ਕੰਟੀਨੈਂਸ ਯਾਨੀ ਯੂਰਿਨ ਦਾ ਕੰਟਰੋਲ ਆਣਾ ਬੜਾ ਔਖਾ ਹੁੰਦਾ ਸੀਗਾ ਗੋਡਸ ਗ੍ਰੇਸ ਅਸੀਂ ਜੋ ਸਰਜਰੀਜ਼ ਕਰ ਰਹੇ ਹਾਂ ਉਹਦੇ ਹਿਸਾਬ ਨਾਲ ਲੋਕਾਂ ਦਾ ਯੂਰਿਨ ਦਾ ਕੰਟਰੋਲ ਬਹੁਤ ਹੀ ਛੇਤੀ ਆ ਰਿਹਾ ਹੈ ਕਾਮਨਲੀ 3 to 6 months ਕਹਿੰਦੇ ਨੇ ਵਿਦਿਨ 3 months ਆਲਮੋਸਟ ਆਲ ਆਰ ਪੇਸ਼ੈਂਟਸ ਆਰ ਕੰਟੀਨੈਂਟ ਸੋ ਦੈਟ ਗਿਵਸ ਅਸ ਅ ਹਿਊਜ ਬੂਸਟ ਉਹ ਸਾਡਾ ਵੀ ਕੌਨਫੀਡੈਂਸ ਵਧਾਉਂਦਾ ਹੈ ਸਾਨੂੰ ਵੀ ਹੋਰ ਕੌਨਫੀਡੈਂਸ ਦਿੰਦਾ ਹੈ ਕਿ ਅਸੀਂ ਹੋਰ ਚੰਗੀ ਤਰ੍ਹਾਂ ਹੋਰ ਚੈਲੰਜਿੰਗ ਸਰਜਰੀਜ਼ ਨੂੰ ਕਰ ਸਕੀਏ ਡਾਕਟਰ ਸਾਹਿਬ 8-9 ਮਹੀਨਿਆਂ ਦੇ ਵਿੱਚ ਤੁਸੀਂ ਕਿੰਨੀਆਂ ਸਰਜਰੀਜ਼ ਹੁਣ ਤੱਕ ਕਰ ਚੁੱਕੇ ਹੋ ਔਰ ਉਹਨਾਂ ਦੀ ਕਿਉਂਕਿ ਕਿਸੇ ਵੀ ਟ੍ਰੀਟਮੈਂਟ ਨੂੰ ਜਿਹੜਾ ਨਵੀਂ ਕੋਈ ਚੀਜ਼ ਟੈਕਨੀਕ ਹੁੰਦੀ ਹੈ ਤਾਂ ਇੱਕ ਡਾਕਟਰ ਦੀ ਇਹ ਹਮੇਸ਼ਾ ਪ੍ਰਾਇੋਰਟੀ ਰਹਿੰਦੀ ਹੈ ਕਿ ਫੀਡਬੈਕ ਜ਼ਰੂਰ ਲਿਆ ਜਾਵੇ
ਕਿੰਨੀਆਂ ਤੁਸੀਂ ਹੁਣ ਤੱਕ ਸਰਜਰੀਜ਼ ਕੀਤੀਆਂ ਔਰ ਫੀਡਬੈਕ ਲਿਆ ਉਹਨਾਂ ਤੋਂ ਸਾਰਿਆਂ ਤੋਂ? डेफिनेटली ਅਸੀਂ ਸਭ ਦਾ ਫੀਡਬੈਕ ਲੈਂਦੇ ਹਾਂ ਸਰ, ਔਰ ਰੋਬੋਟਿਕ ਸਰਜਰੀ ਐਸੀ ਹੈ, ਅਗੇਨ ਆਈਲ ਟੈਲ ਯੂ, ਪਬਲਿਕ ਇਜ਼ ਵੈਰੀ ਵੈਰੀ ਅਵੇਅਰ। ਐਸਾ ਨਹੀਂ ਹੈ ਕਿ ਸਾਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਸਮਝਾਉਣਾ ਪੈਂਦਾ ਹੈ। ਹੁਣ ਲੋਕਾਂ 'ਚ ਪੈਨੇਟ੍ਰੇਸ਼ਨ ਇੰਨੀ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਰੋਬੋਟਿਕ ਟੈਕਨੋਲੋਜੀ ਉਹਨਾਂ ਦੇ ਵਾਸਤੇ ਫਾਇਦੇਮੰਦ ਹੈ। ਪੇਸ਼ੈਂਟ ਸਾਹਮਣੋਂ ਆ ਕੇ ਕਹਿੰਦੇ ਨੇ ਜੀ ਅਸੀਂ ਰੋਬੋਟਿਕ ਸਰਜਰੀ ਕਰਾਣੀ ਹੈ, ਅਸੀਂ ਕਿੱਥੇ ਸੁਣਿਆ ਸੀ, ਅਸੀਂ ਕਿੱਥੇ ਪੜ੍ਹਿਆ ਸੀ। ਸੋ ਇਫ ਯੂ ਟਾਕ ਆਫ ਦ ਪ੍ਰੋਗਰਾਮ ਇਟਸੈਲਫ, ਸਾਡੇ ਕੋਲ ਆਲਮੋਸਟ 10 ਮਹੀਨੇ ਹੋਏ ਹੈ, ਐਂਡ ਵੀ ਹੈਵ ਡਨ ਮੋਰ ਦੈਨ 165 ਸਰਜਰੀਜ਼ ਅਕ੍ਰੋਸ ਆਲ ਸਪੈਸ਼ਲਿਟੀਜ਼। ਦੈਟਸ ਅ ਕੁਆਇਟ ਡੀਸੈਂਟ ਨੰਬਰ ਕੰਸੀਡਰਿੰਗ ਕਿ ਅਸੀਂ ਇੱਕ ਨਾਨ ਕਾਰਪੋਰੇਟ ਇੰਡੀਵਿਜੂਅਲ ਹਸਪੀਟਲ ਹੈਗੇ ਹਾਂ। ਐਂਡ ਯੂਰੋਲੋਜੀ 'ਚ ਅਸੀਂ ਮੋਰ ਦੈਨ 50 ਸਰਜਰੀਜ਼ ਕਰ ਚੁੱਕੇ ਹਾਂ, ਆਲ ਅਕ੍ਰੋਸ ਦ ਸਪੈਕਟਰਮ, ਬੀ ਇਟ ਕਿਡਨੀ ਕੈਂਸਰ, ਪ੍ਰੋਸਟੇਟ, ਬਲੈਡਰ ਦੇ ਕੈਂਸਰ ਕੱਢਣਾ। ਤੁਸੀਂ ਇਹ ਸੋਚੋ, ਪਹਿਲਾਂ ਮਤਲਬ ਪਿਸ਼ਾਬ ਦੀ ਥੈਲੀ ਨੂੰ ਕੱਢਣਾ ਹੈ ਤੇ ਪੂਰਾ ਉੱਤੋਂ ਦੀ ਥੱਲੇ ਤੱਕ ਚੀਰਾ ਲੱਗਦਾ ਸੀ, ਫਿਰ ਉਹਦਾ ਇੱਕ ਪਾਊਚ ਬਣਾ ਕੇ ਬਾਹਰ ਆਉਂਦਾ ਸੀ। ਹੁਣ ਤੁਸੀਂ ਪੇਸ਼ੈਂਟ ਦਾ ਪੇਟ ਦੇਖੋ ਤੇ 4 ਛੋਟੇ-ਛੋਟੇ ਛੇਦ ਹੁੰਦੇ ਨੇ ਔਰ ਸਿਰਫ ਇੱਕ ਪਾਊਚ ਹੁੰਦਾ ਹੈ। ਉਹ ਛੇਦ ਤੇ ਬਾਅਦ ਚੋਂ ਦਿਖਦੇ ਵੀ ਨਹੀਂ, ਪਤਾ ਵੀ ਨਹੀਂ ਲੱਗਦਾ। ਸੋ ਪੇਸ਼ੈਂਟਸ ਆਰ ਸੋ ਸੈਟਿਸਫਾਈਡ ਐਂਡ ਵੀ ਆਰ ਆਲਸੋ ਵੈਰੀ ਹੈਪੀ। ਐਸਾ ਵੀ ਨਹੀਂ ਹੈ ਕਿ ਬਹੁਤ ਐਕਸਟਰਾ ਟਾਈਮ ਲੱਗ ਰਿਹਾ ਸਾਨੂੰ ਇਹ ਸਰਜਰੀਜ਼ ਕਰਨ ਨੂੰ। ਇਨਫੈਕਟ ਇਟ ਇਜ਼ ਵੈਰੀ ਵੈਰੀ ਕੰਫਰਟੇਬਲ ਫॉर ਅਸ, ਕਿਉਂਕਿ ਬਲੀਡਿੰਗ ਹੁੰਦੀ ਨਹੀਂ ਹੈ ਇਸੇ ਬਿਲਕੁਲ। ਤੁਸੀਂ ਮਿਨੀਮਲੀ ਇਨਵੇਸਿਵ ਟੈਕਨੀਕ ਨਾਲ ਜਾ ਰਹੇ ਹੋ, ਸਭ ਕੁਝ ਇਤਨਾ ਪ੍ਰੀਸਾਈਸਲੀ ਹੋ ਰਿਹਾ ਹੈ, ਪੇਸ਼ੈਂਟ ਦੀ ਰਿਕਵਰੀ ਇੰਨੀ ਫਾਸਟ ਹੈ। ਕਿਡਨੀ ਕੈਂਸਰ ਦੇ ਮਰੀਜ਼ ਮੰਨੋਗੇ ਨਹੀਂ, ਅਗਲੇ ਦਿਨ ਸਵੇਰੇ ਅਸੀਂ ਸਾਰੇ ਕੈਥੇਟਰ ਵਗੈरह ਕੱਢ ਦਿੰਦੇ ਹਾਂ, ਉੱਠ ਕੇ ਤੁਰ ਫਿਰ ਰਹੇ ਹੁੰਦੇ। ਉਹ ਆਪ ਆ ਕੇ ਕਹਿੰਦੇ ਡਾਕਟਰ ਸਾਹਿਬ ਮੈਨੂੰ ਤਾਂ ਲੱਗਿਆ ਹੀ ਨਹੀਂ ਮੇਰੀ ਸਰਜਰੀ ਹੋਈ ਹੈ। ਡਾਕਟਰ ਸਾਹਿਬ, ਜੇ ਆਪਾਂ ਟਰਾਈ ਸਿਟੀ ਦੀ ਗੱਲ ਕੀਤੀ ਜਾਵੇ, ਜਿਹੜਾ ਤੁਹਾਡੇ ਕੋਲ ਰੋਬੋਟਿਕ ਸਿਸਟਮ ਹੈ, ਅਕੋਰਡਿੰਗ ਟੂ ਅਦਰਸ ਹਸਪੀਟਲ, ਕਿੱਥੇ ਤੁਸੀਂ ਆਪਣੇ ਆਪ ਨੂੰ ਖੜਿਆ ਮਹਿਸੂਸ ਕਰਦੇ ਹੋ? ਸਰ ਅਸੀਂ ਐਜ਼ ਅ ਰੋਬੋਟਿਕ ਪ੍ਰੋਗਰਾਮ ਵੀ ਆਰ ਐਟ ਪਾਰ ਵਿਦ ਦ ਬੈਸਟ ਆਫ ਸਿਸਟਮਸ, ਨਾਟ ਓਨਲੀ ਇਨ ਟਰਾਈ ਸਿਟੀ, ਆਲ ਅਕ੍ਰੋਸ ਦ ਕੰਟਰੀ ਆਈ ਗੈਸ। ਕਿਉਂਕਿ ਸਾਡੇ ਕੋਲ ਜਿਹੜਾ ਸਿਸਟਮ ਹੈਗਾ ਉਹ 4th ਜਨਰੇਸ਼ਨ ਡਾਵਿੰਚੀ ਦਾ ਐਕਸਾਈਜ਼ ਸਿਸਟਮ ਹੈ, ਵਿਚ ਇਜ਼ ਦ ਬੈਸਟ ਆਫ ਦ ਲਾਈਨ ਅਵੇਲੇਬਲ ਇਨ ਇੰਡੀਆ ਰਾਈਟ ਨਾਓ। ਇਟ ਇਜ਼ ਐਨ ਅਮਰੀਕਨ ਬੇਸਡ ਕੰਪਨੀ। ਸੋ ਮਸ਼ੀਨ ਤੇ ਸਭ ਕੋਲ ਸੇਮ ਹੈ, ਭਾਵੇਂ ਉਹ ਦਿੱਲੀ ਬੈਠਾ ਹੈ, ਬੰਬੇ ਬੈਠਾ ਹੈ ਜਾਂ ਅਮਰੀਕਾ ਬੈਠਾ ਹੈ, ਮਸ਼ੀਨ ਇਜ਼ ਦ ਸੇਮ। ਬਾਈ ਗॉड्स ਗ੍ਰੇਸ ਸੋਹਾਣਾ ਹਸਪੀਟਲ 'ਚ ਸਾਡੇ ਕੋਲ ਮਰੀਜ਼ ਇੰਨੇ ਹੁੰਦੇ ਨੇ ਕਿ ਅਸੀਂ ਟਾਈਮ ਟੂ ਟਾਈਮ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਹਾਂ। ਦ ਵੋਲਿਊਮ ਆਫ ਪੇਸ਼ੈਂਟਸ ਇਜ਼ ਸੱਚ ਕਿ ਸਾਨੂੰ ਕੋਈ ਵੀ ਟੈਕਨੋਲੋਜੀ ਨੂੰ ਸਿੱਖਣ ਵਾਸਤੇ ਘੱਟ ਟਾਈਮ ਲੱਗਦਾ ਹੈ। ਸੋ ਇਫ ਵੀ ਆਰ ਡੂਇੰਗ ਦੋਸ ਸਰਜਰੀਜ਼ ਰੈਗੂਲਰਲੀ ਐਂਡ ਵੀ ਆਰ ਗੈਟਿੰਗ ਗੁੱਡ ਆਊਟਕਮ, ਵੀ ਆਲਸੋ ਟ੍ਰੇਨ ਆਰਸੈਲਵਸ ਫਾਸਟਰ। ਸੋ ਉਸ ਦੇ ਹਿਸਾਬ ਨਾਲ ਆਈ ਥਿੰਕ ਵੀ ਆਰ ਡੈਫੀਨੇਟਲੀ ਐਟ ਪਾਰ ਵਿਦ ਐਵਰੀਬਡੀ ਐਲਸ। ਆਮ ਤੌਰ ਤੇ ਇੱਕ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਜਿੰਨਾ ਲੈਵਿਸ਼ ਸਿਸਟਮ ਹੋਏਗਾ, ਜਿੰਨਾ ਐਡਵਾਂਸ ਸਿਸਟਮ ਹੋਏਗਾ, ਉਨਾ ਅਫੋਰਡੇਬਲ ਨਹੀਂ ਹੋ ਪਾਏਗਾ। ਕਿ ਆਮ ਜਿਹੜਾ ਟ੍ਰੀਟਮੈਂਟ ਹੈ ਜਾਂ ਰੋਬੋਟਿਕ ਟ੍ਰੀਟਮੈਂਟ ਹੈ, ਉਹਨਾਂ ਦੇ ਵਿੱਚ ਹਿਊਜ ਡਿਫਰੈਂਸ ਹੈ ਕੋਈ ਕਾਸਟ ਦਾ? सर इट डिपेंड्स ऑन द इंडिकेशन, है ना। कोई ऐसी सर्जरी, इससे समझना ये ज़रूरी है कि हर सर्जरी वास्ते ਅਸੀਂ ਰੋਬੋਟਿਕਸ ਨਹੀਂ ਕਹਿੰਦੇ ਲੋਕਾਂ ਨੂੰ ਕਿ ਅਗਰ ਕੋਈ ਛੋਟਾ ਮੋਟਾ ਸਟੋਨ ਹੈਗਾ ਜੋ ਵੈਸੇ ਵੀ ਅਸੀਂ ਦੂਰਬੀਨ ਰਾਈ ਕੱਢ ਸਕਦੇ ਹਾਂ, ਉਸ 'ਚ ਤੁਸੀਂ ਰੋਬੋਟ ਐਡ ਕਰ ਲਓ, ਦੈਟਸ ਐਨ ਓਵਰਕਿਲ। ਸੋ ਜਿਹੜੇ ਇੰਡੀਕੇਟਡ ਸਰਜਰੀਜ਼ ਨੇ, ਫॉर एग्जांपल ਵੀ ਵਰ ਟਾਕਿੰਗ ਅਬਾਊਟ ਬਲੈਡਰ ਕੈਂਸਰ, ਪ੍ਰੋਸਟੇਟ ਕੈਂਸਰ, ਕਿਡਨੀ 'ਚ ਆਰਗਨ ਸਪੇਅਰਿੰਗ, ਉਸ 'ਚ ਰੋਬੋਟਿਕਸ ਇਜ਼ ਅ ਬਿਗ ਬੂਨ। ਤੇ ਉਸ 'ਚ ਅਗਰ ਤੁਸੀਂ ਕੋਈ ਚੀਰੇ ਵਾਲੀ ਸਰਜਰੀ ਕਰੋ, obviously the robot costs a little extra ਕਿਉਂਕਿ ਉਸ ਦੇ ਜਿਹੜੇ ਆਰਮਸ ਹੁੰਦੇ ਨੇ ਉਸ ਦੀ ਪੇ ਪਰ ਯੂਜ਼ੇਜ ਹੁੰਦੀ ਹੈ। ਸੋ ਐਜ਼ ਅ ਹਸਪੀਟਲ we are not charging exorbitantly. In fact, maybe I can tell you this, that we are quite at par and very competitive with prices. We are very reasonable. ਅਸੀਂ ਲੋਕ ਬਿਲਕੁਲ corporates ਦੀ ਤਰ੍ਹਾਂ ਨਹੀਂ ਚਾਰਜ ਕਰਦੇ ਹਾਂ, which they have their own issues. But we as a hospital, we are not charging exorbitantly. So it is definitely within the reach of patients. We have patients all across the spectrum. ਹਰ ਤਰ੍ਹਾਂ ਦੇ ਲੋਕ ਸਾਡੇ ਕੋਲ ਆ ਕੇ ਸਰਜਰੀ ਕਰਾਉਂਦੇ ਨੇ। ਇੱਕ ਵਾਰ ਉਹਨਾਂ ਨੂੰ ਸਮਝ ਆ ਜਾਏ ਕਿ ਇਸ ਦਾ ਕੀ ਫਾਇਦਾ ਹੈ, ਉਹ ਲੋਕ ਕਨਵਿੰਸ ਹੋ ਜਾਂਦੇ ਨੇ ਤੇ money doesn't remain an issue anymore. ਕਈ ਵਾਰੀ ਦਿਮਾਗ ਦੇ ਵਿੱਚ ਇਹ ਵੀ ਗੱਲ ਆ ਜਾਂਦੀ ਹੈ ਕਿ ਜੇ ਰੀਜ਼ਨੇਬਲ ਰੇਟ ਹੈ ਜਾਂ ਅਫੋਰਡੇਬਲ ਹੈ ਤਾਂ ਹੋ ਸਕਦਾ ਕਿ ਜਿਹੜਾ ਅਪਡੇਸ਼ਨ ਹੈਗੀ ਹੈ ਜਾਂ ਸਿਸਟਮ ਹੈ ਉਹ ਥੋੜ੍ਹੇ ਜਿਹੇ ਹਲਕੇ ਹੋ ਸਕਦੇ ਨੇ। ਕਾਰਪੋਰੇਟ ਜਿਹੜੇ ਹਸਪੀਟਲਸ ਨੇ ਉਹ ਬੜੇ ਲੈਵਿਸ਼ ਨੇ, ਅਪਡੇਟ ਨੇ। ਜੇ ਉਸ ਸੰਦਰਭ ਦੇ ਵਿੱਚ ਸਮਝਣਾ ਚਾਹਵੇ ਤਾਂ ਕੀ ਸੋਹਾਣਾ ਹਸਪੀਟਲ ਉਹ ਕੰਪੀਟੀਸ਼ਨ ਦਿੰਦਾ ਉਸ ਚੀਜ਼ ਤੇ? ਪੂਰੀ ਤਰ੍ਹਾਂ ਦਿੰਦਾ ਸਰ। ਸਾਡਾ ਇਨਫਰਾਸਟ੍ਰਕਚਰ ਇਜ਼ ਹਿਊਜ ਬਾਈ ਗॉड्स ਗ੍ਰੇਸ। ਅਸੀਂ ਪਿਛਲੇ 4-5 ਸਾਲਾਂ 'ਚ ਤੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਇਫ ਸਮਬਡੀ ਵੁੱਡ ਹੈਵ ਕਮ ਟੂ ਆ ਹਸਪੀਟਲ 5 years ਬੈਕ, ਉਹਨਾਂ ਨੇ ਬਿਲਕੁਲ ਹੀ ਅਲੱਗ ਸਿਸਟਮ ਦੇਖਿਆ ਹੋਏਗਾ। ਸਾਡਾ ਇਨਫਰਾਸਟ੍ਰਕਚਰ ਇਜ਼ ਡੈਫੀਨੇਟਲੀ ਐਟ ਪਾਰ ਵਿਦ ਦ ਬੈਸਟ ਹਸਪੀਟਲਸ ਆਫ ਦ ਕੰਟਰੀ। ਸਾਡੇ ਰੋਬੋਟ ਉਹ ਅਮਰੀਕਨ ਬੇਸਡ ਸਿਸਟਮ ਹੈ, ਪੂਰਾ ਦਾ ਪੂਰਾ ਰੋਬੋਟ ਬਣ ਕੇ ਉੱਥੋਂ ਦੇ ਇੱਥੇ ਆਉਂਦਾ ਹੈ। ਉਸ 'ਚ ਕੁਝ ਵੀ ਲੋਕਲ ਨਹੀਂ ਹੋ ਸਕਦਾ, ਉਸਦੇ ਸਾਰੇ ਆਰਮਸ ਬਾਹਰੋਂ ਦੇ ਹੁੰਦੇ ਹੈ। ਇਹੀ ਸੇਮ ਸਰਜਨ ਹੈ। ਮੈਂ ਇਸ ਤੋਂ ਪਹਿਲਾਂ ਚਲੋ ਕਿਸੇ ਦੂਸਰੇ ਕਾਰਪੋਰੇਟ 'ਚ ਦਿੱਲੀ 'ਚ ਕੰਮ ਕਰਦਾ ਸੀ। ਆਈ ਐਮ ਦ ਸੇਮ ਪਰਸਨ, ਮੇਰੀ ਟ੍ਰੇਨਿੰਗ ਉਹੀ ਹੈਗੀ ਔਰ ਮੈਂ ਆ ਕੇ ਆਪਣੀ ਸੇਵਾਵਾਂ ਸੋਹਾਣਾ ਹਸਪੀਟਲ 'ਚ ਦੇ ਰਿਹਾ। ਦ ਮੈਨ ਬਿਹਾਈਂਡ ਦ ਮਸ਼ੀਨ ਇਜ਼ ਆਲਸੋ ਇੰਪੋਰਟੈਂਟ। ਇਫ ਆਈ ਐਮ ਟ੍ਰੇਨਡ, ਇਫ ਆਈ ਨੋ ਵਾਟ ਆਈ ਐਮ ਡੂਇੰਗ ਔਰ ਮਸ਼ੀਨ ਮੇਰੇ ਕੋਲ ਬੈਸਟ ਹੈ ਤੇ ਪੇਸ਼ੈਂਟ ਨੂੰ ਤਾਂ ਵਧੀਆ ਹੀ ਆਊਟਕਮ ਮਿਲਣਾ ਚਾਹੀਦਾ ਸਰ। ਡਾਕਟਰ ਸਾਹਿਬ, ਤੁਸੀਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਕਿ ਕੈਂਸਰ ਮਰੀਜ਼ਾਂ ਦੇ ਲਈ ਇਹ ਸਿਸਟਮ ਵਰਦਾਨ ਦਾ ਮੁਕਾਬਲਾ ਕਰ ਰਿਹਾ, ਇੱਕ ਵਰਦਾਨ ਹੈ। ਆਮ ਤੌਰ 'ਤੇ ਆਪਣੇ ਲੋਕਾਂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਭਰਮ ਹੈ, ਮਿਥ ਹੈਗੀ ਹੈ ਕਿ ਜੇ ਤੁਹਾਨੂੰ ਇੱਕ ਵਾਰ ਕੈਂਸਰ ਹੋ ਗਿਆ ਤਾਂ ਤੁਹਾਡਾ ਸਰਵਾਈਵਲ ਬਹੁਤ ਮੁਸ਼ਕਲ ਹੈ। ਤੁਸੀਂ ਇੱਕ ਵਾਰ ਸਰਜਰੀ ਕਰਾ ਲਓਗੇ, ਦੁਬਾਰਾ ਫਿਰ ਕਰਾਉਣੀ ਪਏਗੀ, ਤੀਜੀ ਵਾਰ ਫਿਰ ਕਰਾਉਣੀ ਪਏਗੀ। ਜੇ ਮੈਂ ਇਸ ਸਿਸਟਮ ਦੀ ਗੱਲ ਕਰਾਂ, ਰੋਬੋਟਿਕ ਸਿਸਟਮ ਦੀ ਗੱਲ ਕਰਾਂ, ਤਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਕਿਵੇਂ ਇਹ ਵਰਦਾਨ ਹੈਗਾ?
ਸਰ ਕੈਂਸਰ 'ਚ ਇਹ ਲੋਕਾਂ 'ਚ ਧਾਰਨਾ ਜ਼ਰੂਰ ਹੁੰਦੀ ਹੈ ਔਰ ਕੁਝ ਕੈਂਸਰ ਐਸੇ ਹੁੰਦੇ ਵੀ ਨੇ, ਗਲਤ ਨਹੀਂ ਹੈ ਕਿ ਕਦੀ ਕਦੀ ਕੈਂਸਰਸ ਰਿਕਰ ਕਰ ਜਾਂਦੇ, ਉਹਨਾਂ ਵਾਪਸ ਆ ਜਾਂਦੇ ਨੇ। ਬਟ ਅਗਰ ਤੁਸੀਂ ਇੰਡੀਕੇਟਿਡ ਪੇਸ਼ੈਂਟ 'ਚ ਸਹੀ ਟਾਈਮ ਤੇ ਸਹੀ ਸਰਜਰੀ ਕਰ ਦਿਓ ਤੇ ਡੈਫੀਨਿਟਲੀ ਪੇਸ਼ੈਂਟਸ ਵਾਸਤੇ ਬਹੁਤ ਵੱਡਾ ਐਡਵਾਂਟੇਜ ਹੈ। ਜੇ ਤੁਹਾਡਾ ਪੂਰਾ ਕੈਂਸਰ ਲੋਕਲਾਈਜ਼ਡ ਕੈਂਸਰ ਜਿਹੜਾ ਹੁੰਦਾ ਹੈ ਆਰਗਨ ਨੂੰ ਉੱਥੇ ਹੀ ਰੁਕਿਆ ਹੋਇਆ ਹੈ, ਉਹਨੂੰ ਤੁਸੀਂ ਪੂਰੀ ਤਰ੍ਹਾਂ ਸਫਾਈ ਨਾਲ ਜੇ ਕੱਢ ਦਿਓ ਤੇ ਫਿਰ ਰੈਕਰੈਂਸ ਦੇ ਚਾਂਸਸ ਘੱਟ ਹੋ ਜਾਂਦੇ ਨੇ। ਹਰ ਤਰ੍ਹਾਂ ਦੇ ਕੈਂਸਰ ਅਸੀਂ ਟ੍ਰੀਟ ਕਰ ਸਕਦੇ ਹਾਂ। ਆਈ ਐਮ ਅ ਯੂਰੋਲੋਜਿਸਟ, ਅਸੀਂ ਪ੍ਰੋਸਟੇਟ, ਬਲੈਡਰ, ਕਿਡਨੀ ਇਨ ਸਭ ਦੀ ਗੱਲਾਂ ਕਰ ਰਹੇ ਹਾਂ। ਅਸੀਂ ਲੇਡੀਜ਼ ਦੇ ਬੱਚਾਦਾਨੀ ਦੇ ਕੈਂਸਰ ਵੀ ਟ੍ਰੀਟ ਕਰਦੇ ਹਾਂ, ਫੂਡ ਪਾਈਪ ਦੇ ਕੈਂਸਰਸ ਹੋ ਗਏ, ਇੰਟੈਸਟਾਈਨ ਦੇ ਕੈਂਸਰਸ ਹੋ ਗਏ। ਸੋ ਹਰ ਚੀਜ਼ ਦਾ ਇਲਾਜ ਸੰਭਵ ਹੈ ਅਗਰ ਰਾਈਟ ਟਾਈਮ ਤੇ ਰਾਈਟ ਸਰਜਰੀ ਸਫਾਈ ਨਾਲ ਕੀਤੀ ਜਾਏ ਔਰ ਪੂਰਾ ਕੈਂਸਰ ਨਿਕਲ ਜਾਏ ਤਾਂ ਆਬਵੀਅਸਲੀ ਦੀ ਆਊਟਕਮਸ ਆ ਬੈਟਰ। ਬਹੁਤ ਵਧੀਆ ਇਹ ਸੁਜੈਸ਼ਨ ਸਰ ਨੇ ਦਿੱਤਾ ਔਰ ਖਾਸ ਤੌਰ ਤੇ ਸਾਡੇ ਕੋਲ ਵੀ ਜਿੰਨੀਆਂ ਫੀਡਬੈਕਸ ਆਉਂਦੀਆਂ ਉਹ ਇਹੀ ਆਉਂਦੀਆਂ ਕਿ ਟ੍ਰੀਟਮੈਂਟ ਪੋਸੀਬਲ ਹੈ ਹੀ ਨਹੀਂ ਹੈ। ਸਰ ਇੱਕ ਹੋਰ ਗੱਲ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਵੀ ਕਹੀ ਸੀਗੀ ਉਹ ਬੜੀ ਇੰਟਰਸਟਿੰਗ ਹੈ, ਥੋੜ੍ਹਾ ਜਿਹਾ ਮੈਂ ਹੋਰ ਸਮਝਣਾ ਚਾਹੁੰਦਾ। ਜਦੋਂ ਕਿਡਨੀ ਦਾ ਕੋਈ ਕੈਂਸਰ ਹੈ ਤਾਂ ਆਮ ਤੌਰ ਤੇ ਇਹ ਹੁੰਦਾ ਕਿ ਕਿਡਨੀ ਰਿਪਲੇਸ ਕਰਨੀ ਪਏਗੀ, ਤੁਹਾਡੇ ਕੋਲ 2 ਕਿਡਨੀ, ਇੱਕ ਦੇ ਨਾਲ ਤੁਸੀਂ ਸਰਵਾਈਵ ਕਰ ਸਕਦੇ ਹੋ। ਬਟ ਇਹ ਬੜਾ ਇੰਟਰਸਟਿੰਗ ਫੈਕਟ ਤੁਸੀਂ ਦੱਸਿਆ ਕਿ ਕਿਡਨੀ ਕੱਢਣ ਦੀ ਜ਼ਰੂਰਤ ਨਹੀਂ ਹੈ, ਜਿੱਥੇ ਤੁਹਾਡਾ ਕੁਝ ਕੈਂਸਰ ਦਾ ਟਿਸ਼ੂ ਹੈਗਾ ਤੁਸੀਂ ਕੱਢ ਸਕਦੇ ਹੋ। ਉਹ ਥੋੜਾ ਜਿਹਾ ਮੈਨੂੰ ਦੁਬਾਰਾ ਦੱਸਿਓ ਕਿਵੇਂ। ਅਗੇਨ ਸਰ ਇਸ 'ਚ ਵੀ ਇੰਡੀਕੇਸ਼ਨਸ ਹੁੰਦੀਆਂ ਨੇ, ਐਸਾ ਨਹੀਂ ਹੈ ਕਿ ਅਸੀਂ ਹਰ ਤਰ੍ਹਾਂ ਦੇ ਕਿਡਨੀ ਕੈਂਸਰ 'ਚ ਕਿਡਨੀ ਬਚਾ ਸਕਦੇ ਹਾਂ। ਇਟ ਡਿਪੈਂਡਸ ਔਨ ਦ ਸਟੇਜ ਕਿ ਅਗਰ ਤੁਸੀਂ ਸ਼ੁਰੂ 'ਚ ਆਇਆ ਹੈ 3-4 ਸੈਂਟੀਮੀਟਰ 5 ਸੈਂਟੀਮੀਟਰ ਤੱਕ ਦਾ ਵੀ ਅਗਰ ਟਿਊਮਰ ਹੈ ਔਰ ਲੋਕਲਾਈਜ਼ਡ ਹੈ, ਕੋਨੇ 'ਚ ਕਿੱਥੇ ਪਿਆ ਹੈ ਔਰ ਐਮਿਨੇਬਲ ਟੂ ਸਰਜਰੀ ਹੈ ਕਿ ਅਸੀਂ ਉੱਥੇ ਤੱਕ ਪਹੁੰਚ ਸਕਦੇ ਹਾਂ ਤੇ ਤੁਸੀਂ ਉਸ ਨੂੰ ਨਿਕਾਲ ਸਕਦੇ ਹੋ ਸਫਾਈ ਦੇ ਨਾਲ ਔਰ ਤੁਸੀਂ ਬਾਕੀ ਦੀ ਕਿਡਨੀ ਨੂੰ ਬਚਾ ਸਕਦੇ ਹੋ। ਮੈਂ ਇਹ ਮੈਸੇਜ ਨਹੀਂ ਦੇ ਰਿਹਾ ਲੋਕਾਂ ਨੂੰ ਕਿ ਕਿਸੇ ਤਰ੍ਹਾਂ ਦੀ ਵੀ ਕੈਂਸਰ ਹੋਏ, 10 ਸੈਂਟੀਮੀਟਰ ਦੀ ਕਿਡਨੀ ਹੁੰਦੀ ਹੈ, 12 ਸੈਂਟੀਮੀਟਰ ਦਾ ਕੈਂਸਰ ਹੈ, ਵੇਨਸ 'ਚ ਚਲਾ ਗਿਆ, ਅੱਗੇ ਬਲੱਡ ਕਲੌਟਸ ਨਿਕਾਲ ਲਏ ਉਸਨੇ ਤੇ ਫਿਰ ਅਸੀਂ ਉਹਨੂੰ ਵੀ ਬਚਾ ਸਕਦੇ ਹਾਂ। ਦੈਟ ਇਜ਼ ਨਾਟ ਪੋਸੀਬਲ। ਸੋ ਦ ਲੋਕਲਾਈਜ਼ਡ ਸਮਾਲਰ ਟਿਊਮਰਸ ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ। ਜਾਂ ਫॉर ਐਗਜ਼ਾਮਪਲ ਕਿਸੇ ਦੀ 2 ਕਿਡਨੀਆਂ ਦੋਨਾਂ 'ਚ ਟਿਊਮਰ ਹੈ, ਦੋਨੋਂ ਥੋੜੀ ਕੱਢ ਦਿਓਗੇ ਉਹਦੀ। ਵੀ ਵਿਲ ਟਰਾਈ ਟੂ ਰਿਮੂਵ ਦੋ ਸਮਾਲ ਟਿਊਮਰਸ ਫਰਮ ਬੋਥ ਦ ਕਿਡਨੀਜ਼। ਕਈ ਫੈਮਿਲੀਅਲ ਕੰਡੀਸ਼ਨਸ ਹੁੰਦੀ ਹੈ, ਜੈਨੇਟਿਕ ਹੁੰਦੀਆਂ ਨੇ ਜਿਸ 'ਚ ਦੋਨੋਂ ਪਾਸੇ ਕਿਡਨੀ ਦੇ ਟਿਊਮਰ ਹੁੰਦੇ ਆ। ਉਨ ਪੇਸ਼ੈਂਟਸ ਵਾਸਤੇ ਇਹ ਸਾਰੀ ਸਰਜਰੀ ਸੇ ਬਹੁਤ ਬੈਨੀਫੀਸ਼ੀਅਲ ਨੇ। ਕਈ ਪੇਸ਼ੈਂਟਸ ਜਿਹੜੇ ਆਉਂਦੇ ਨੇ ਉਹ ਆਲਰੇਡੀ ਕਿਸੇ ਨਾ ਕਿਸੇ ਚੀਜ਼ ਤੋਂ ਗ੍ਰਸਤ ਹੁੰਦੇ ਨੇ, ਹਾਈ ਬੀਪੀ ਹੈ ਜਾਂ ਸ਼ੂਗਰ ਹੈ, ਉਹਨਾਂ ਦੇ ਲਈ ਕਿਸ ਤਰ੍ਹਾਂ ਇਹ ਪੋਸੀਬਿਲਿਟੀ ਹੁੰਦੀ ਹੈ ਟ੍ਰੀਟਮੈਂਟ ਦੇ ਲਈ? ਇਹ ਉਹਨਾਂ ਵਾਸਤੇ ਵੀ ਬਹੁਤ ਬੈਨੀਫੀਸ਼ੀਅਲ ਹੈ ਸਰ, ਕਿਉਂਕਿ ਅਲਟੀਮੇਟਲੀ ਅਗਰ ਸਾਡਾ ਐਨੈਸਥੀਸੀਆ ਟਾਈਮ ਕੰਟਰੋਲ 'ਚ ਹੈ, ਅਸੀਂ ਸਫਾਈ ਦੇ ਨਾਲ ਮਿਨੀਮਲ ਬਲੱਡ ਲਾਸ ਦੇ ਨਾਲ ਇਹ ਸਾਰੀ ਸਰਜਰੀਜ਼ ਕਰ ਰਹੇ ਹਾਂ ਤੇ ਸ਼ੂਗਰ, ਬੀਪੀ, ਹਾਰਟ ਪੇਸ਼ੈਂਟਸ ਇਨ ਸਭ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ। आई थिंक द ओल्डेस्ट पर्सन वी हैव ऑपरेटेड इन आवर हॉस्पिटल इज 91 ईयर्स ओल्ड और मैंने पर्सनली 84-85 ईयर ओल्ड से बड़े सारे पेशेंट्स की ऑपरेशंस किए हैं। दे आर वेरी हैप्पी, दे आर वेरी सैटिस्फाइड। आई थिंक द यंगेस्ट दैट आई ऑपरेटेड अगेन इट वाज अ किडनी कैंसर, 23 साल ਦਾ ਮੁੰਡਾ ਸੀ बेचारा ਜਿਹੜਾ ਕਿਡਨੀ ਕੈਂਸਰ ਲੈ ਕੇ ਆਇਆ ਸੀ। ਸੋ ਆਲ ਅਕ੍ਰੋਸ ਦ ਸਪੈਕਟਰਮ, ਕੋਈ ਕਿਸੇ ਨੂੰ ਸ਼ੂਗਰ ਹੋਏ, ਬੀਪੀ ਹੋਏ, that should not matter provided the person is fit for surgery। ਅਗਰ ਪੇਸ਼ੈਂਟ ਐਨੈਸਥੀਸੀਆ ਤੌਰ ਤੇ ਫਿਟ ਹੈ, ਕਿਸੇ ਨੂੰ ਅਗਰ ਸਟੈਂਟ ਵੀ ਪਏ ਹੈ ਬਟ ਹੁਣ ਕਾਰਡੀਅਕ ਫੰਕਸ਼ਨ ਠੀਕ ਹੈ ਤੇ ਰੋਬੋਟਿਕ ਸਰਜਰੀ ਇਜ਼ ਨਾਟ ਅ ਡਿਟਰੈਂਟ, ਤੁਸੀਂ ਕਰ ਸਕਦੇ ਹੋ। ਡਾਕਟਰ ਸਾਹਿਬ ਕਿਉਂਕਿ ਤੁਹਾਡੇ ਕੋਲ ਇੱਕ ਚੰਗਾ ਐਕਸਪੀਰੀਅੰਸ ਹੈਗਾ ਪਾਸਟ ਟਾਈਮ ਤੋਂ ਲੈ ਕੇ ਹੁਣ ਤੱਕ ਦਾ, ਤੁਹਾਨੂੰ ਕੀ ਲੱਗਦਾ ਕਿ ਕੁਝ ਲੋਕਾਂ ਦਾ ਹਾਲੇ ਵੀ ਵਿਸ਼ਵਾਸ ਹੈਗਾ ਕਿ ਜਿਹੜਾ ਮੈਨੂਅਲ ਟ੍ਰੀਟਮੈਂਟ ਹੁੰਦਾ ਜਾਂ ਸਰਜਰੀਜ਼ ਹੁੰਦੀਆਂ ਉਹ ਬੈਟਰ ਦੈਨ ਰੋਬੋਟਿਕ ਜਾਂ ਬੈਟਰ ਦੈਨ ਲੇਜ਼ਰ ਹੁੰਦੀਆਂ? ਉਹੀ ਸਵਾਲ ਦੁਬਾਰਾ ਫਿਰ ਲੋਕਾਂ ਦੇ ਮਨ ਦੇ ਵਿੱਚ ਆਉਂਦਾ। ਈਵਨ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਜਿਨ੍ਹਾਂ ਦੇ ਨਾਲ ਅਸੀਂ ਫੀਡਬੈਕ ਲੈਂਦੇ ਹਾਂ ਤਾਂ ਉਹ ਵੀ ਇਹੀ ਕਹਿੰਦੇ ਕਿ ਸਾਡਾ ਵਿਸ਼ਵਾਸ ਹੈ ਜਿਹੜਾ ਉਹ ਡਾਕਟਰ ਸਾਹਿਬ 'ਤੇ ਜ਼ਿਆਦਾ ਮਸ਼ੀਨ ਦੇ ਨਾਲੋਂ। ਅਗੇਨ ਮੈਂ ਤੁਹਾਨੂੰ ਇਹ ਕਹਿਣ ਮੰਗਾਂਗਾ ਸਰ ਕਿ ਆਪਰੇਸ਼ਨ ਅਜੇ ਵੀ ਡਾਕਟਰ ਹੀ ਕਰਦਾ ਹੈ, ਸਰਜਨ ਹੀ ਕੰਸੋਲ ਤੇ ਬੈਠਾ ਹੁੰਦਾ ਹੈ। ਉਹ ਜੋ ਮੂਵਮੈਂਟ ਆਪਣੇ ਰਿਸਟ ਨਾਲ ਕਰਦਾ ਹੈ, ਹੱਥ ਘੁਮਾਉਂਦਾ ਹੈ, ਜਿੱਦਾਂ ਕਰਦਾ ਹੈ, ਇਨਸਟਰੂਮੈਂਟ ਉਸੇ ਤਰ੍ਹਾਂ ਪੇਸ਼ੈਂਟ ਦੇ ਪੇਟ 'ਚ ਘੁੰਮਦਾ ਹੈ। ਦ ਰੋਬੋਟ ਇਜ਼ ਅ ਵੈਰੀ ਐਡਵਾਂਸ ਟੂਲ ਜਿਸ ਦੇ ਨਾਲ ਤੁਸੀਂ ਸਫਾਈ ਦੇ ਨਾਲ ਸੇਮ ਰਿਜ਼ਲਟ ਦੇ ਸਕਦੇ ਹੋ। ਰਹੀ ਇਹ ਗੱਲ ਕਿ ਹੱਥ ਦੀ ਸਫਾਈ ਔਰ ਉਹ ਸਭ, ਇਹ ਸਾਰੀ ਚੀਜ਼ਾਂ ਐਨਹਾਂਸ ਹੋ ਜਾਂਦੀ ਹੈ, ਐਡਵਾਂਸ ਹੋ ਜਾਂਦੀ ਹੈ। ਕਈ ਵਾਰ ਜਿਹੜੇ ਬਜ਼ੁਰਗ ਸਰਜਨ ਹੁੰਦੇ ਨੇ ਫॉर ਐਗਜ਼ਾਮਪਲ, ਉਹਨਾਂ ਦੇ ਹੱਥਾਂ 'ਚ ਕੁਝ ਟ੍ਰੈਮਰ ਆ ਜਾਂਦਾ ਹੈ। ਇਸ ਸਿਸਟਮ 'ਚ ਟ੍ਰੈਮਰ ਫਿਲਟਰੇਸ਼ਨ ਹੈ, ਬੰਦੇ ਦਾ ਹੱਥ ਕੰਬ ਵੀ ਰਿਹਾ ਤਾਂ ਵੀ ਅੰਦਰ ਸਰਜਰੀ ਕਰਨ ਵੇਲੇ ਹੱਥ ਨਹੀਂ ਕੰਬੇਗਾ, ਉਹ ਤੁਹਾਡਾ ਫਿਕਸਡ ਰਹੇਗਾ। ਗੋਡ ਫੋਰਬਿਡ ਅਗਰ ਤੁਸੀਂ ਗੱਲ ਕਰ ਰਹੇ ਹੋ ਕਿ ਰੋਬੋਟ ਦੇ ਕੰਟਰੋਲ 'ਚ ਚੀਜ਼ਾਂ ਹੈ, ਰੋਬੋਟ ਦੇ ਕੰਟਰੋਲ 'ਚ ਨਹੀਂ ਹੈ, ਸਾਡੇ ਕੰਟਰੋਲ 'ਚ ਹੈ। ਉਹਨਾਂ ਦੇ ਫੇਲ ਸੇਫ ਮੈਕੈਨਿਜ਼ਮਸ ਹੈ। ਅਗਰ ਮੰਨੋ ਬੱਤੀ ਚਲੀ ਗਈ ਜਾਂ ਕੋਈ ਐਸਾ ਕੋਈ ਪਾਵਰ ਫੇਲਿਅਰ ਹੋ ਗਿਆ, ਉਹ ਰੋਬੋਟ ਜਿੱਥੇ ਹੈ ਉੱਥੇ ਹੀ ਰੁਕ ਜਾਏਗਾ, ਉਹ 1 ਮਿਲੀਮੀਟਰ ਵੀ ਅੱਗੇ ਨਹੀਂ ਵਧੇਗਾ। ਆਪਣੇ ਹਿਸਾਬ ਨਾਲ ਉਹ ਕੁਝ ਵੀ ਨਹੀਂ ਕਰ ਸਕਦਾ। ਵੈਨ ਐਵਰੀਥਿੰਗ ਇਜ਼ ਰਿਸਟੋਰਡ, ਦ ਸਿਸਟਮ ਕਮਸ ਬੈਕ, ਤੁਸੀਂ ਜਿੱਥੇ ਸੀਗੇ ਤੁਸੀਂ ਵਾਪਸ ਉੱਥੋਂ ਹੀ ਸ਼ੁਰੂ ਕਰੋਗੇ। ਸੋ ਇਟ ਇਜ਼ ਐਕਚੁਅਲੀ ਫਿਨੋਮੀਨਲ ਕਿ ਅਸੀਂ ਕਿਸ ਤਰ੍ਹਾਂ ਦੀ ਇਹ ਮਸ਼ੀਨ ਬਣੀ ਹੈ ਜਿਸ ਨੇ ਸਾਡੇ ਸਕਿੱਲਸ ਨੂੰ ਐਨਹਾਂਸ ਕੀਤਾ ਹੈ ਔਰ ਉਸ ਦੇ ਨਾਲ ਅਸੀਂ ਬੈਟਰ ਆਊਟਕਮਸ ਦੇ ਪਾਉਂਦੇ ਹਾਂ। ਡਾਕਟਰ ਸਾਹਿਬ ਇੱਕ ਗੱਲ ਹੋਰ, ਤੁਸੀਂ ਕਹਿ ਰਹੇ ਹੋ ਕਿ ਅਮਰੀਕਨ ਟੈਕਨੀਕ ਹੈ, ਪਰ ਮੈਂ ਤੁਹਾਡੇ ਇੱਥੇ ਜਿਹੜੇ ਹਸਪੀਟਲਸ ਦੇ ਵਿੱਚ ਪੇਸ਼ੈਂਟਸ ਦੇਖੇ ਆ, ਬਹੁਤੀ ਤਾਦਾਦ ਉੱਥੇ NRIs ਦੀ ਵੀ ਹੈ। NRIs ਵੀ ਆ ਕੇ ਤੁਹਾਡੇ ਤੋਂ ਟ੍ਰੀਟਮੈਂਟ ਲੈਂਦੇ ਨੇ। ਇਹ ਕਿਵੇਂ ਹੈ? ਮਤਲਬ ਟੈਕਨੀਕ ਤਾਂ ਹੈਗੀ US ਦੀ, ਪਰ ਪੇਸ਼ੈਂਟ ਆ ਰਿਹਾ ਇੰਡੀਆ। ਤੁਸੀਂ ਵੈਸੇ ਓਵਰਆਲ ਇੰਡੀਆ ਦਾ ਜਿਹੜਾ ਮੈਡੀਕਲ ਸਿਸਟਮ ਹੈ ਇਹਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਇੱਕ ਅਸੀਂ ਸਰਵੇ ਕਰਾਇਆ ਸੀਗਾ ਕਿ
ਇੰਡੀਆ ਦੇ ਵਿੱਚ ਸਪੈਸ਼ਲੀ ਇਸ ਬੈਲਟ ਦੇ ਵਿੱਚ, ਨਾਰਥ ਬੈਲਟ ਦੇ ਵਿੱਚ ਮੈਡੀਕਲ ਟੂਰਿਜ਼ਮ ਬਹੁਤ ਵੱਧ ਰਿਹਾ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਮੈਡੀਕਲ ਟੂਰਿਜ਼ਮ ਡੈਫੀਨਿਟਲੀ ਵਧ ਰਿਹਾ ਸਰ, ਔਰ ਇਸ ਦਾ ਰੀਜ਼ਨ ਬੜਾ ਸਿੰਪਲ ਹੈ। ਤੁਸੀਂ ਅਗਰ ਗੱਲ ਕਰੋ ਵੱਡੇ ਵੱਡੇ ਦੇਸ਼ਾਂ ਦੀ, ਫੋਰ ਐਗਜ਼ਾਮਪਲ ਲੈਟਸ ਟਾਕ ਅਬਾਊਟ ਦ US ਐਂਡ UK, ਉੱਥੇ ਵੀ ਜਿਹੜੇ ਟੌਪ ਦੇ ਸਰਜਨ ਬੈਠੇ ਨੇ, ਆਈ ਥਿੰਕ 40-50% ਇੰਡੀਅਨਸ ਹੀ ਨੇ। So it is basically people are going after the qualified doctors, the better doctors, and ਸਾਡਾ ਸਿਸਟਮ ਬਹੁਤ robust ਹੈ। ਬਹੁਤ ਸਾਰੇ ਮੈਡੀਕਲ ਜੋ ਸਿਸਟਮਸ ਨੇ, I will not name the countries, but obviously ਉੱਥੇ ਪੂਰੀ ਸੁਵਿਧਾਵਾਂ ਉਹਨਾਂ ਨੂੰ ਨਹੀਂ ਮਿਲ ਪਾਉਂਦੀ ਹੈ, ਉਹਨਾਂ ਦੀ ਰੀਚ ਬਹੁਤ ਲੇਟ ਹੁੰਦੀ ਹੈ। ਉਹਨਾਂ ਦੇ ਸਿਸਟਮਸ ਇਸ ਤਰ੍ਹਾਂ ਦੇ ਨੇ ਕਿ they cannot just walk into a urologist office for a consult, ਉਹਨਾਂ ਨੂੰ ਪਹਿਲੇ ਬੇਸਿਕ ਨਰਸ ਕੋਲ ਜਾਣਾ ਪਏਗਾ, ਫਿਰ ਇੱਕ ਜਨਰਲ ਡਾਕਟਰ ਕੋਲ ਜਾਣਾ ਪਏਗਾ, ਉਹ ਜਦ ਰეკਮੈਂਡ ਕਰੇ ਉਸਦੇ ਹੱਥੋਂ ਬਾਹਰ ਹੋ ਜਾਏ ਤਾਂ ਪਹੁੰਚਦਾ ਹੈ। MRI CT ਸਕੈਨ ਦੀ ਲਾਈਨਾਂ ਬਹੁਤ ਲੰਬੀਆਂ ਹੁੰਦੀਆਂ ਨੇ, ਬਿਕੋਜ਼ ਸਮਟਾਈਮਸ ਦ ਪ੍ਰੋਸੈਸਸ ਆਰ ਫੰਡਡ ਬਾਈ ਦ ਗਵਰਨਮੈਂਟ, ਤੇ ਫਿਰ ਉਹਨਾਂ ਦੇ ਬਹੁਤ ਸਾਰੇ ਸਿਸਟਮਸ 'ਚ ਗੈਪਸ ਹੁੰਦੇ ਨੇ। ਇੰਡੀਆ 'ਚ ਵੀ ਹੈਵ ਅ ਵੈਰੀ ਰੋਬਸਟ ਸਿਸਟਮ, ਐਵਰੀਥਿੰਗ ਇਜ਼ ਅਵੇਲੇਬਲ ਐਂਡ ਐਵਰੀਥਿੰਗ ਇਜ਼ ਵੈਰੀ ਵੈਰੀ ਅਫੋਰਡੇਬਲ। ਸੋ ਅਫੋਰਡੇਬਿਲਿਟੀ ਇਜ਼ ਵਨ ਆਫ ਦ ਮੇਨ ਰੀਜ਼ਨਸ ਵਾਈ ਇੰਡੀਆ 'ਚ ਮੈਡੀਕਲ ਟੂਰਿਜ਼ਮ ਜ਼ਿਆਦਾ ਹੈ। ਡਾਕਟਰਸ ਤੁਹਾਡੇ ਕੋਲ ਵੈਸੇ ਹੀ ਬੈਸਟ ਨੇ, ਮਸ਼ੀਨਾਂ ਸਭ ਜਗ੍ਹਾ ਸੇਮ ਹੈ। ਤੁਸੀਂ US 'ਚ ਜਾਓ, ਇੱਥੇ ਜਾਓ, ਸਾਡੇ ਕੋਲ ਬੈਸਟ ਆਫ ਮਸ਼ੀਨਸ ਹੈਗੀਆਂ ਨੇ। ਸੋ ਇਫ ਦ ਸੇਮ ਥਿੰਗ ਇਜ਼ ਅਵੇਲੇਬਲ ਫॉर ਅ ਲੈਸਰ ਪ੍ਰਾਈਸ, ਪੀਪਲ ਆਰ ਅਟਰੈਕਟਿਡ ਐਂਡ ਓਬਵੀਅਸਲੀ ਸਾਡੇ ਵੇਟਿੰਗ ਟਾਈਮਸ ਘੱਟ ਨੇ। ਇਫ ਟਾਕ ਅਬਾਊਟ ਯੂਰ ਹਸਪੀਟਲ, ਮੈਨੂੰ ਪਿਛਲੀ ਵਾਰ ਵੀ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਸਾਡੇ ਕੋਲ NRIs ਬਹੁਤ ਆਉਂਦੇ ਨੇ। ਡੈਫੀਨਿਟਲੀ ਆਉਂਦੇ ਨੇ ਸਰ, ਕਿਉਂਕਿ ਹੁਣ ਜਿਹੜਾ ਟਾਈਮ ਉਹ NRIs ਦਾ ਹੈ, ਉਹ ਆਪਣੇ ਇੰਡੀਆ ਉਹਨਾਂ ਦੀ ਵਿੰਟਰਸ 'ਚ ਵੈਕੇਸ਼ਨਸ ਹੁੰਦੀਆਂ ਨੇ ਤੇ ਉਹ ਸਾਡੇ ਕੋਲ ਆਉਂਦੇ ਨੇ। ਤੁਹਾਡੇ ਤੱਕ ਰੀਚ ਕਰਨ ਤਾਂ ਫਿਰ ਕੀ ਉਹਨਾਂ ਨੂੰ ਟਾਈਮਲੀ ਹੋ ਜਾਏਗਾ ਉਹਨਾਂ ਦਾ? ਬਿਲਕੁਲ ਹੋ ਜਾਏਗਾ ਸਰ। ਉਹ ਤੇ ਵੀ ਆਲਸੋ ਅੰਡਰਸਟੈਂਡ ਕਿ ਬੰਦਾ ਬਾਹਰੋਂ ਆਇਆ, ਉਹਦੀ ਕੁਝ ਮਜਬੂਰੀ ਹੈ, ਉਹਨੇ ਵਾਪਸ ਜਾ ਕੇ ਜੌਬ ਜੁਆਇਨ ਕਰਨੀ ਹੈ, ਜਾਂ ਘਰ ਦੇਖਣ ਵਾਲਾ ਪਿੱਛੋਂ ਕੋਈ ਨਹੀਂ ਹੈ, ਇਹਦਾ ਕੰਮ ਅਸੀਂ ਟਾਈਮ ਸਿਰ ਕਰਕੇ ਵਾਪਸ ਭੇਜਣਾ ਹੈ। ਡੈਫੀਨਿਟਲੀ ਹੁੰਦਾ ਹੈ ਸਰ, ਦੇਰ ਇਜ਼ ਮਤਲਬ ਇਸ ਤਰ੍ਹਾਂ ਸੀਜ਼ਨ ਤੇ ਨਹੀਂ ਕਹਿ ਸਕਦੇ, ਬਟ ਯੂਜੂਅਲੀ ਇਹ ਜਿਹੜੇ ਵਿੰਟਰ ਵੇਕੇਸ਼ਨਸ ਹੁੰਦੇ ਆ, ਸਮਰ ਵੇਕੇਸ਼ਨਸ ਹੁੰਦੇ ਆ, ਉੱਥੇ ਕ੍ਰਿਸਮਸ ਬ੍ਰੇਕ ਬੜਾ ਕਾਮਨ ਹੈਗਾ। ਉਸ ਟਾਈਮ ਤੇ ਸਾਡੇ ਕੋਲ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਔਰ ਇਲੈਕਟਿਵ ਸਰਜਰੀ ਕਰਾਉਣ ਮੰਗਦਾ ਹੈ, ਤੇ ਉਹ ਆ ਕੇ ਸਾਡੇ ਕੋਲ ਫਿਰ ਰਾਹ ਲੈਂਦੇ ਨੇ। ਓਵਰਆਲ ਸਰ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਲੋਕ ਬਹੁਤ ਅਵੇਅਰ ਨੇ ਹੁਣ, ਕਈ ਵਾਰੀ ਇਹ ਨਹੀਂ ਲੱਗਦਾ ਕਿ ਜ਼ਿਆਦਾ ਅਵੇਅਰਨੈਸ ਵੀ ਥੋੜ੍ਹਾ ਜਿਹਾ ਖਤਰਨਾਕ ਸਾਬਤ ਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਗੂਗਲ ਦੇ ਵਿੱਚ ਤੁਸੀਂ ਕਰਦੇ ਹੋ, ਮਤਲਬ ਹੋਣਾ ਕੁਝ ਹੋਰ ਹੁੰਦਾ, ਤੁਸੀਂ ਕੁਝ ਹੋਰ ਹੀ ਲੈ ਕੇ ਚਲੇ ਜਾਂਦੇ ਹੋ। ਬਹੁਤ ਸਾਰੀ ਫੀਡਬੈਕ ਇਹ ਵੀ ਆਉਂਦੀ ਹੈ ਕਿ ਜਿਹੜਾ ਪੇਸ਼ੈਂਟ ਹੈ ਉਹ ਆਪਣੇ ਮਨ ਦੇ ਵਿੱਚ ਇਹ ਘਰ ਕਰਕੇ ਚੱਲ ਚੁੱਕਾ ਹੁੰਦਾ ਕਿ ਮੈਨੂੰ ਇਹ ਬਿਮਾਰੀ ਹੋ ਚੁੱਕੀ ਹੈ। ਬਿਲਕੁਲ ਠੀਕ ਕਹਿ ਰਹੇ ਹੋ ਸਰ, ਪੇਸ਼ੈਂਟਸ ਵੀ ਆਉਂਦੇ ਤੁਹਾਡੇ ਕੋਲ? ਬਹੁਤ ਕਾਮਨਲੀ ਆਉਂਦੇ ਆ ਸਰ। ਇਨਫੈਕਟ ਇਟ ਇਜ਼ ਮੋਰ ਡਿਫਿਕਲਟ ਟੂ ਐਕਸਪਲੇਨ ਟੂ ਦਿਸ ਪੇਸ਼ੈਂਟਸ ਕਿ ਬਈ ਗੂਗਲ ਨੂੰ ਸਭ ਕੁਝ ਸਹੀ ਤਰ੍ਹਾਂ ਨਹੀਂ ਪਤਾ ਹੁੰਦਾ। ਇੱਕ ਡਾਕਟਰ ਦੀ ਲੋੜ ਅਜੇ ਵੀ ਹੈਗੀ ਸਾਡੇ ਦੇਸ਼ 'ਚ, ਅਜੇ ਵੀ ਚਲਨ ਹੈ ਸਰ ਕਿ ਅਸੀਂ ਸਭ ਤੋਂ ਪਹਿਲਾਂ ਅਗਰ ਕੋਈ ਬਿਮਾਰੀ ਹੁੰਦੀ ਹੈ, ਕਿਸੇ ਨੂੰ ਸਿਰ ਦਰਦ ਵੀ ਹੁੰਦਾ ਹੈ, ਕੋਈ ਇਨਫੈਕਸ਼ਨ ਹੁੰਦੀ ਹੈ, ਉਹ ਪਹਿਲਾਂ ਕੈਮਿਸਟ ਕੋਲ ਜਾਂਦਾ ਹੈ, ਉਸ ਕੋਲ ਦਵਾਈ ਲੈਂਦਾ ਹੈ, ਫਿਰ ਲੋਕਲ ਆਪਣੇ ਕਿਸੇ ਦੂਜੇ ਤਰ੍ਹਾਂ ਦੇ ਡਾਕਟਰ ਕੋਲ ਜਾਂਦਾ ਹੈ, ਔਰ ਫਿਰ ਫਾਈਨਲੀ ਜਦ ਕੁਝ ਨਹੀਂ ਹੋ ਪਾ ਰਿਹਾ ਹੁੰਦਾ ਤਾਂ ਸਾਡੇ ਕੋਲ ਆਉਂਦਾ ਹੈ। ਪਲੱਸ ਆਲਰੇਡੀ ਗੂਗਲ ਤੇ ਉਹ ਦੇਖ ਚੁੱਕਿਆ ਹੁੰਦਾ ਹੈ, ਆਪਣਾ ਡਾਇਗਨੋਸਿਸ ਆਪੇ ਬਣਾ ਚੁੱਕਿਆ ਹੁੰਦਾ ਹੈ। ਸੋ ਦੈਨ ਦੀ ਓਨਸ ਇਜ਼ ਔਨ ਅਸ ਕਿ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਈਏ ਕਿ ਇਦਾਂ ਨਹੀਂ ਹੈ, ਦਿਸ ਇਜ਼ ਯੋਰ ਕੰਡੀਸ਼ਨ, ਇਸ 'ਚ ਇਹ ਚੀਜ਼ਾਂ ਦੀ ਪੋਸੀਬਿਲਿਟੀ ਹੈ। ਐਂਡ ਇਹ ਮੈਂ ਜ਼ਰੂਰ ਕਹਿਣ ਮੰਗਾਂਗਾ ਸਰ ਕਿ ਹੁਣ we are there to give you options। ਇਹ ਉਹ ਜ਼ਮਾਨਾ ਨਹੀਂ ਹੈ ਕਿ ਅਸੀਂ ਤੁਹਾਨੂੰ ਬੋਲੀਏ ਕਿ ਡਾਕਟਰ ਸਾਹਿਬ ਨੇ ਬੋਲਿਆ ਇਹਦਾ ਇਹ ਆਪਰੇਸ਼ਨ ਹੋਣਾ, ਇਹਦਾ ਇਹ ਇਲਾਜ ਹੋਣਾ, ਅੱਖ ਬੰਦ ਕੀਤੀ ਤਾਂ ਹੋ ਗਿਆ। ਮੇਰਾ ਕੰਮ ਹੈ ਤੁਹਾਨੂੰ ਦੱਸਣਾ ਕਿ ਬਈ ਇਹ ਬਿਮਾਰੀ ਹੈਗੀ, ਇਸ ਦੇ ਇਹ ਸਿੰਪਟਮਸ ਹੈ, ਇਸ ਵਾਸਤੇ ਮੈਂ ਕਹਿ ਰਿਹਾ ਕਿ ਤੁਸੀਂ ਇਹ ਇਲਾਜ ਵੀ ਲੈ ਸਕਦੇ ਹੋ। ਫੋਰ ਐਗਜ਼ਾਮਪਲ ਕੈਂਸਰ ਸੇ ਬੜਾ ਕਾਮਨ ਹੁੰਦਾ ਹੈ, ਸਰਜੀਕਲ ਆਪਸ਼ਨ ਵੀ ਹੁੰਦੀ ਹੈ, ਔਰ ਸਰਜਰੀ ਦੇ ਇਲਾਵਾ ਤੁਸੀਂ ਕੀਮੋ ਰੇਡੀਏਸ਼ਨ ਤੇ ਵੀ ਜਾ ਸਕਦੇ ਹੋ। ਦੋਨਾਂ ਦੇ ਫਾਇਦੇ ਨੁਕਸਾਨ ਦੱਸ ਕੇ ਐਜ਼ ਅ ਫੈਮਿਲੀ ਦ ਪੇਸ਼ੈਂਟ ਟੈਲਸ ਮੀ ਕਿ ਬਈ ਮੈਂ ਇਹ ਕਰਾਉਣ ਮੰਗਦਾ। ਤੋ ਫੋਰ ਐਗਜ਼ਾਮਪਲ ਕੋਈ ਇਹ ਕਹਿ ਸਕਦਾ ਹੈ ਕਿ ਯਾਰ ਮੈਨੂੰ ਇਨਕॉन्टिनेंस ਬਰਦਾਸ਼ਤ ਨਹੀਂ ਹੈ ਜਾਂ ਮੈਨੂੰ ਕੋਈ ਬਲੀਡਿੰਗ ਬਰਦਾਸ਼ਤ ਨਹੀਂ ਹੈ, ਮੈਂ ਚਾਹੁੰਦਾ ਕਿ ਮੈਂ ਜਿਸ ਤਰ੍ਹਾਂ ਹਾਂ ਬਸ ਇਸੇ ਤਰ੍ਹਾਂ ਰਹਾਂ, ਭਾਵੇਂ ਤੁਸੀਂ ਬਾਹਰੋਂ ਜੋ ਮਰਜ਼ੀ ਕਰ ਲਓ। ਉਸ ਪੇਸ਼ੈਂਟ ਨੂੰ ਅਸੀਂ ਬੋਲਾਂਗੇ ਰੇਡੀਏਸ਼ਨ ਕਰਾ। ਕੋਈ ਕਹਿੰਦੇ ਮੈਨੂੰ ਵੱਡਾ ਆਪਰੇਸ਼ਨ ਨਹੀਂ ਕਰਾਉਣਾ, ਮੈਨੂੰ ਡਰ ਲੱਗਦਾ ਹੈ। ਸੋ ਇਟ ਇਜ਼ ਪੇਸ਼ੈਂਟਸ ਚੋਇਸ, ਇਟ ਇਜ਼ ਪੇਸ਼ੈਂਟਸ ਚੋਇਸ। ਬਟ ਸਮਝਣਾ ਇਹ ਹੈ ਕਿ ਵੀ ਹੈਵ ਦ ਬੈਸਟ ਇੰਟਰਸਟ ਆਫ ਦ ਪੇਸ਼ੈਂਟ ਐਟ ਹਾਰਟ। ਅਸੀਂ ਤੁਹਾਨੂੰ ਉਹ ਦੱਸਾਂਗੇ ਜੋ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੈ। ਉਹ ਟਰਸਟ ਇੱਕ ਮਿਊਚੁਅਲ ਹੋਣਾ ਚਾਹੀਦਾ, ਉਹਦੇ ਬਾਅਦ ਜਾ ਕੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਪੇਸ਼ੈਂਟ ਦਾ ਚੰਗੀ ਤਰ੍ਹਾਂ ਇਲਾਜ ਕਰ ਸਕਦੇ ਹੋ। ਚਲੋ ਮੇਰਾ ਇੱਕ ਆਖਰੀ ਸਵਾਲ, ਐਟਲੀਸਟ ਸੋਹਾਣਾ ਹਸਪੀਟਲ ਦਾ ਚਰਚਾ ਇਹ ਜ਼ਰੂਰ ਹੋਣ ਲੱਗੀ ਕਿ ਰੋਬੋਟਿਕ ਕ੍ਰਾਂਤੀ ਹੈ ਜਿਹੜੀ ਉਹ ਸੋਹਾਣਾ ਹਸਪੀਟਲ ਲੈ ਕੇ ਆਇਆ, ਭਾਵੇਂ ਉਹ ਆਰਥੋਪੈਡਿਕ ਦੇ ਵਿੱਚ ਹੋਵੇ, ਆਏ ਦੇ ਵਿੱਚ ਹੋਵੇ, ਜਾਂ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ। ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲਾ ਟਾਈਮ ਰੋਬੋਟਿਕ ਸਿਸਟਮ ਦਾ, ਜਿੱਥੇ ਤੁਸੀਂ ਪਹੁੰਚ ਚੁੱਕੇ ਹੋ ਆਲਰੇਡੀ? ਸਰ ਆਉਣ ਵਾਲਾ ਟਾਈਮ ਰੋਬੋਟਿਕਸ ਦਾ ਆਲਰੇਡੀ ਹੈਗਾ। ਰੋਬੋਟਿਕਸ ਇਜ਼ ਨਾਟ ਅ ਨਿਊ ਥਿੰਗ, ਇਟ ਇਜ਼ ਆਲਰੇਡੀ ਹੇਅਰ ਇਨ ਇੰਡੀਆ, ਇਟ ਇਜ਼ ਹੇਅਰ ਟੂ ਸਟੇ। ਪੈਨੀਟ੍ਰੇਸ਼ਨ ਰੋਬੋਟਿਕਸ ਦੀ ਸੋਹਾਣਾ ਹਸਪੀਟਲ ਦੀ ਮੈਨੇਜਮੈਂਟ ਨੇ ਜਿਹੜੀ ਮੁਹਿੰਮ ਲਿੱਤੀ ਹੈ, ਉਹਨਾਂ ਨੇ ਬਹੁਤ ਫਾਰ ਸਾਈਟਡ ਵਿਜ਼ਨ ਦੇ ਨਾਲ ਇਤਨੀ ਐਡਵਾਂਸ ਟੈਕਨੋਲੋਜੀ ਸਾਡੇ ਹਸਪੀਟਲ 'ਚ ਸਾਨੂੰ ਲਿਆ ਕੇ ਦਿੱਤੀ ਹੈ। We are also grateful as doctors that we are getting to work on such beautiful systems and giving
cutting edge results to patients with the best of technology available. So robotics ਕਿਉਂਕਿ is ਇੱਕ ਮੈਨੂੰ ਲੱਗਦਾ ਡਾਕਟਰ ਦੀ ਸੈਟੀਸਫੈਕਸ਼ਨ ਹੁਣ ਵੀ ਬਹੁਤ ਬਿਲਕੁਲ ਜ਼ਰੂਰੀ ਹੈ। ਬਿਲਕੁਲ ਸਰ, ਇੱਕ ਪ੍ਰੋਫੈਸ਼ਨਲ ਸੈਟੀਸਫੈਕਸ਼ਨ ਹੁੰਦੀ ਹੈ। ਹੁਣ ਸਾਨੂੰ ਅਗਰ ਕੁਝ ਪਤਾ ਚੱਲਦਾ ਹੈ ਕਿ ਇਦਾਂ ਦੀ ਨਵੀਂ ਟੈਕਨੀਕ ਆਈ ਹੈ, ਇਹ ਹੋ ਰਿਹਾ ਹੈ ਔਰ ਅਸੀਂ ਸਾਡੇ ਕੋਲ ਫਿਲਹਾਲ ਅਵੇਲੇਬਲ ਨਹੀਂ ਹੈ। ਫੋਰ ਐਗਜ਼ਾਮਪਲ ਇੱਕ ਵਾਟਰ ਵੇਪਰ ਥੈਰੇਪੀ ਆਈ ਹੈ ਹਾਂਜੀ। ਪ੍ਰੋਸਟੇਟ ਦੇ ਵਾਸਤੇ, ਜਿਨ੍ਹਾਂ ਦਾ ਐਲਡਰਲੀ ਜੈਂਟਲਮੈਨ ਦਾ ਜਿਨ੍ਹਾਂ ਨੂੰ ਯੂਰਿਨ ਦੀ ਪ੍ਰੋਬਲਮ ਹੁੰਦੀ ਹੈ, ਪਿਸ਼ਾਬ ਰੁਕ ਜਾਂਦਾ ਹੈ, ਤੇ ਓਬਵੀਅਸਲੀ ਫਾਰਮਲ ਸਰਜਰੀ ਜਿਨ੍ਹਾਂ 'ਚ ਇੰਡੀਕੇਟਡ ਹੁੰਦੀ ਹੈ, ਉਸ 'ਚ ਇੱਕ ਵਾਟਰ ਵੇਪਰ ਥੈਰੇਪੀ ਆਈ ਹੈ। ਸੋ ਇਟ ਇਜ਼ ਅ ਲੇਟੈਸਟ ਥਿੰਗ। ਉਹ ਹੁਣੇ ਮਾਰਚ 'ਚ ਇੰਡੀਆ 'ਚ ਲਾਂਚ ਹੋਈ ਹੈ। ਉਸ ਦੇ ਥਰੂ ਤੁਸੀਂ ਬਹੁਤ ਹੀ ਛੋਟੇ ਪ੍ਰੋਸੀਜਰ ਦੇ ਨਾਲ ਵਾਟਰ ਵੇਪਰ ਇੰਜੈਕਟ ਕਰਦੇ ਹੋ ਪ੍ਰੋਸਟੇਟ 'ਚ, ਉਹ ਓਵਰ ਅ ਪੀਰੀਅਡ ਆਫ ਟਾਈਮ ਸ਼ਰਿੰਕ ਕਰ ਜਾਂਦਾ ਹੈ ਐਂਡ ਮੋਸਟ ਪ੍ਰੋਬਬਲੀ ਯੂ ਗੈਟ ਦ ਸੇਮ ਰਿਜ਼ਲਟਸ ਐਜ਼ ਆਰ देयर in surgery. So we are going to launch that very soon. It's called Resume therapy, which is water vapor therapy for the prostate. So ਅਗਰ ਸਾਡੇ ਮੈਨੇਜਮੈਂਟ ਨੂੰ ਸਾਡੇ ਤੇ ਇੰਨਾ ਟਰਸਟ ਹੈ ਔਰ ਉਹ ਇਤਨਾ ਫਾਰ ਸਾਈਟਡ ਵਿਜ਼ਨ ਦੇ ਨਾਲ ਚੱਲਦੇ ਨੇ, ਤੇ ਇਹ ਸਾਰੇ ਬੈਨੀਫਿਟਸ ਅਲਟੀਮੇਟਲੀ ਇਹ ਟੈਕਨੋਲੋਜੀਕਲ ਐਡਵਾਂਸਮੈਂਟਸ ਇਹ ਪੇਸ਼ੈਂਟਸ ਨੂੰ ਹੀ ਬੈਨੀਫਿਟ ਦਿੰਦੇ ਨੇ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ Thank you, ਕਰਨ ਲਈ। sir. ਥੈਂਕਸ ਅ ਲੋਟ। Thank you so much, ਲਿਸਨ sir. ਡਾਕਟਰ ਕਰਮਵੀਰ ਸਿੰਘ ਸਬਰਵਾਲ ਸਾਹਿਬ, ਜਿਨ੍ਹਾਂ ਨੇ ਕਾਫੀ ਕੁਝ ਜਿਹੜੇ ਭਰਮ ਭੁਲੇਖੇ ਸੀ ਉਹ ਖਤਮ ਕੀਤੇ ਨੇ। ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ, ਲਗਾਤਾਰ ਥੱਲੇ ਨੰਬਰ ਚੱਲ ਰਹੇ ਨੇ, ਤੁਸੀਂ ਸੋਹਾਣਾ ਹਸਪੀਟਲ ਦੇ ਨਾਲ ਸੰਪਰਕ ਕਰ ਸਕਦੇ ਹੋ। ਔਰ ਅਸੀਂ ਫੇਰ ਕਹਿੰਦੇ ਹਾਂ, ਨੀਮ ਹਕੀਮ ਖਤਰਾ ਏ ਜਾਨ, ਗੂਗਲ ਤੋਂ ਪੜ੍ਹੋ ਜ਼ਰੂਰ, ਪਰ ਅਮਲ ਦੇ ਵਿੱਚ ਨਾ ਲਿਆਓ। ਅਮਲ ਦੇ ਵਿੱਚ ਲਿਆਉਣ ਤੋਂ ਪਹਿਲਾਂ ਡਾਕਟਰ ਸਾਹਿਬ ਤੱਕ ਪਹੁੰਚ ਜ਼ਰੂਰ ਕਰੋ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।